ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਜੀ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬਾਸੁਰ ਕਿਤਕ ਬਿਤਾਏ ਕਰ। ਸ਼੍ਰੀ ਗੁਰ ਅਰਜਨ ਨਾਥ ਚਿਤਵਤ ਨੰਦਨ ਬਿਆਹ ਕੋ। ਬਡ ਉਤ ਸਭ ਕੇ ਸਾਥ। ਬਾਸੁਰ ਕਿਤਕ ਬਿਤਾਏ ਕਰ। ਸ਼੍ਰੀ ਗੁਰ ਅਰਜਨ ਨਾਥ ਚਿਤਵਤ ਨੰਦਨ ਬਿਆਹ ਕੋ। ਬਡ ਉਤ ਸਭ ਕੇ ਸਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਗਰੀਬ ਨਵਾਜ ਦਇਆ ਨਿਧ ਮਿਹਰਾਮਤਾਂ ਦੇ ਸਾਗਰ। 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਾਜ਼ਰੀ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਨਿਤਾ ਪ੍ਰਤ ਸੱਚੇ ਪਾਤਸ਼ਾਹ ਜੀਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਉਪਰੰਤ ਸ਼ਹੀਦਾਂ ਦੇ ਸਿਰਤਾਜ ਚੋਜੀ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਕੌਤਕ ਇਤਿਹਾਸ ਆਪਾਂ ਸਰਵਣ ਕਰਦੇ ਹਾਂ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਵੱਡੇ ਭਾਗਾਂ ਦੇ ਸਦਕਾ ਆਪ ਜੀ ਨਿਤਾ ਪ੍ਰਤ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦਿਆਂ ਮਨੁੱਖਾ ਦੇਹੀ ਨੂੰ ਸਮੇਂ ਨੂੰ ਸਫਲਿਆਂ ਬਣਾ ਰਹੇ ਹੋ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਜਿਵੇਂ ਪ੍ਰਸੰਗ ਸੁਣਿਆ ਵਿਚਾਰਿਆ ਹੈ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਿੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੰਗਤਾਂ ਦੀ ਕਲਿਆਣ ਕਰ ਰਹੇ, ਔਰ ਸੰਸਾਰੀ ਕਿਰਿਆ ਅਨੁਸਾਰ ਜਿਵੇਂ ਮਰਿਆਦਾ ਬਣੀ ਹੈ, ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਦਾ ਇਹਨਾਂ ਆਨੰਦ ਕਾਰਜ ਬੰਨਿਆ ਮਾਘ ਮਹੀਨੇ ਦੀ 10 ਸੁਦੀ ਥਿੱਤ ਦਾ ਦੋ ਰਿਸ਼ਤੇ ਜਿਹੜੇ ਪ੍ਰਵਾਨ ਮਹਾਰਾਜ ਨੇ ਸਿੱਖਾਂ ਦੇ ਕੀਤੇ ਸੀ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੁਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸੋ ਕਿਆ ਰੀਸ, ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ। ਜਿਹੜਾ ਰਿਸ਼ਤੇ ਤੋਂ ਮਹਾਰਾਜ ਨੇ ਜਵਾਬ ਦਿੱਤਾ ਚੰਦੂ ਦੀ ਪੁੱਤਰੀ ਦੇ, ਉਹ ਬ੍ਰਾਹਮਣ ਤੇ ਨਾਲ ਜਿਹੜਾ ਲਾਗੀ ਹੈ, ਜਿਵੇਂ ਦਿੱਲੀ ਪਹੁੰਚੇ ਚੰਦੂ ਦੇ ਮੱਥੇ ਲੱਗੇ ਬ੍ਰਾਹਮਣ ਦਾ ਸ਼ੰਕਿਆਂ ਤੇ ਦੁੱਖ ਭਰਿਆ ਚਿਹਰਾ ਵੇਖ ਕੇ ਚੰਦੂ ਪੁੱਛਦਾ ਹੈ ਵੀ ਕੀ ਗੱਲ ਬਣੀ, ਰਸਤੇ ਵਿੱਚ ਕੋਈ ਲੁੱਟ ਖੋਹ ਹੋ ਗਈ ਹੈ, ਬੜਾ ਦੁਖੀ ਲੱਗਦਾ ਹੈ। ਉਹਨੇ ਆਖਿਆ ਪਾਤਸ਼ਾਹ ਤਾਂ ਦਰਬਾਰ 'ਚੋਂ ਪਾਸੇ ਹੋ ਕੇ ਸੁਣਨ ਵਾਲੀ ਗੱਲ ਹੈ। ਚੰਦੂ ਨੂੰ ਪਾਸੇ ਲਿਜਾ ਕਰਕੇ ਫਿਰ ਬ੍ਰਾਹਮਣ ਨੇ ਸਾਰਾ ਬਿਰਤਾਂਤ ਦੱਸਿਆ ਕਿ ਇਹ ਦੀਵਾਨ ਚੰਦੂ, ਤੁਸਾਂ ਜੋ ਕੁਝ ਵੀ ਮਹਾਰਾਜ ਦੀ ਸ਼ਾਨ ਵਿੱਚ ਇੱਥੇ ਆਖਿਆ ਸੀ ਆਪਦੇ ਦਰਬਾਰ ਦਿੱਲੀ ਵਿੱਚ ਘਰ ਵਿੱਚ, ਕਿਸੇ ਨੇ ਚਿੱਠੀ ਵਿੱਚ ਲਿਖ ਕੇ ਸਾਰਾ ਮਹਾਰਾਜ ਨੂੰ ਹਾਲ ਲਿਖ ਸੁਣਾਇਆ, ਅਤੇ ਜਦੋਂ ਅਸੀਂ ਸਗਨ ਪਾਉਣ ਲੱਗੇ ਸੀ ਉਦੋਂ ਹੀ ਇਹ ਚਿੱਠੀ ਪਹੁੰਚੀ, ਸਿੱਖ ਲੈ ਕੇ ਆਇਆ। ਪੜ੍ਹ ਕੇ ਪਾਤਸ਼ਾਹ ਨੇ ਫਿਰ ਰਿਸ਼ਤਾ ਮੋੜ ਦਿੱਤਾ। ਆਖਿਆ ਚੰਦੂ ਉੱਚਾ ਹੈ, ਉਹਨੂੰ ਆਖੋ ਵੀ ਕੋਈ ਆਪਦੇ ਵਰਗਾ ਵੱਡਾ ਘਰ ਲੱਭੇ, ਅਸੀਂ ਨੀਵੇਂ ਹਾਂ, ਸਾਨੂੰ ਕੋਈ ਨੀਵਾਂ ਆਣ ਟੱਕਰੇਗਾ। ਅਤੇ ਹੇ ਜਜਮਾਨ ਚੰਦੂ, ਦੋ ਸਿੱਖ ਖੜ੍ਹੇ ਹੋ ਗਏ ਸੀ, ਪਹਿਲਾਂ ਭਾਈ ਨਾਰਾਇਣ ਦਾਸ, ਫਿਰ ਭਾਈ ਹਰੀ ਚੰਦ। ਇਹਨਾਂ ਬੇਨਤੀ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਪੁੱਤਰੀਆਂ ਦੇ ਰਿਸ਼ਤੇ ਕੀਤੇ। ਇੱਕ ਤੋਂ ਜਵਾਬ ਦਿੱਤਾ, ਦੋ ਰਿਸ਼ਤੇ ਹਰਗੋਬਿੰਦ ਸਾਹਿਬ ਨੂੰ ਹੋਏ। ਉਹਨਾਂ ਦੇ ਆਨੰਦ ਵਿੱਚ, ਉਹਨਾਂ ਦੀ ਠਾਠ ਬਾਠ ਵਿੱਚ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਡਿਆਈ ਵਿੱਚ ਕੋਈ ਫਰਕ ਨਹੀਂ ਪਿਆ। ਪਰ ਚੰਦੂ, ਤੇਰੀ ਪੁੱਤਰੀ ਦਾ ਰਿਸ਼ਤਾ ਉਹਨਾਂ ਨੇ ਮੋੜ ਦਿੱਤਾ ਹੈ। ਸੁਣ ਕੇ ਬੜਾ ਗੁੱਸੇ ਹੋਇਆ, ਕਹਿੰਦਾ ਰਿਸ਼ਤਾ ਹੁਣ ਉੱਥੇ ਹੀ ਕਰਾਂਗੇ, ਔਰ ਮੈਂ ਚਿੱਠੀ ਲਿਖ ਕੇ ਦੇਣਾ, ਉਹ ਚਿੱਠੀ ਲੈ ਕੇ ਜਾਓ ਅਤੇ ਨਾਲੇ ਆ ਚਿੱਠੀ ਦੇ ਦਿਓ। ਜੇ ਫਿਰ ਵੀ ਨਾ ਮੰਨੇ ਅਤੇ ਫਿਰ ਮੇਰੀ ਤਾਕਤ ਬਾਰੇ ਗੁਰੂ ਅਰਜਨ ਦੇਵ ਨੂੰ ਆਖਣਾ ਵੀ ਆਪਦੀ ਮੌਤ ਸਹੇੜਨ ਵਾਸਤੇ, ਦੁੱਖ ਸਹੇੜਨ ਵਾਸਤੇ ਤਗੜੇ ਰਹਿਣ, ਕਿਉਂਕਿ ਚੰਦੂ ਦੇ ਨਾਲ ਪਾਇਆ ਹੋਇਆ ਵੈਰ ਉਹਨਾਂ ਨੂੰ ਸੁੱਖ ਨਹੀਂ ਲੈਣ ਦੇਵੇਗਾ। ਇਹਨੇ ਚਿੱਠੀ ਲਿਖੀ ਜਿਹਦੇ ਵਿੱਚ ਲਿਖਿਆ ਵੀ ਪਾਤਸ਼ਾਹ, ਕਿੱਡੀ ਕੁ ਗੱਲ ਹੈ ਜੇ ਮੈਂ ਸਰਸਰੀ ਗੱਲ ਕੀਤੀ ਅਤੇ ਬਾਕੀ ਮੈਂ ਝੂਠ ਵੀ ਕੋਈ ਨਹੀਂ ਲਿਖਿਆ।
ਜਾਤ ਵਾਕਈ ਤੁਹਾਡੀ ਨੀਵੀਂ ਆ, ਚਲੋ ਮੈਂ ਫਿਰ ਵੀ ਧੀ ਦਾ ਰਿਸ਼ਤਾ ਭੇਜਿਆ। ਅਤੇ ਮੈਂ ਸਰਸਰੀ ਗੱਲ ਕੀਤੀ ਹੈ, ਤੁਸੀਂ ਐਵੇਂ ਗੁੱਸਾ ਕੀਤਾ। ਇਸ ਤਰ੍ਹਾਂ ਦੀ ਗੱਲ ਜੀ ਚਤੁਰਾਈ ਜੀ ਬਣਾ ਕੇ ਭੇਜੀ। ਨਾਲ ਹੀ ਕਹਿ ਦਿੱਤਾ ਵੀ ਜੇ ਰਿਸ਼ਤਾ ਤੁਸਾਂ ਨੇ ਨਾ ਮੰਨਿਆ, ਫਿਰ ਤੁਹਾਨੂੰ ਪਤਾ ਹੈ ਵੀ ਮੈਂ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹਾਂ, ਬਲ ਤਾਕਤ ਮੇਰੇ ਕੋਲ ਬਹੁਤ ਹੈ, ਮੈਂ ਕੁਝ ਵੀ ਕਰ ਸਕਦਾ। ਉਹ ਬ੍ਰਾਹਮਣ ਨੇ, ਨਾਈ ਨੇ ਫਿਰ ਰਿਸ਼ਤਾ ਲਿਆ ਮਾਰਿਆ। ਗਰੀਬ ਨਵਾਜ਼ ਮਹਾਰਾਜ ਨੂੰ ਚਿੱਠੀ ਦਿੱਤੀ। ਪਾਤਸ਼ਾਹ ਨੇ ਫਿਰ ਉਹੀ ਜਵਾਬ ਦਿੱਤਾ ਵੀ ਅਸੀਂ ਰਿਸ਼ਤਾ ਕਰ ਦਿੱਤਾ ਹਰਗੋਬਿੰਦ ਸਾਹਿਬ ਦਾ ਨੀਵਿਆਂ ਦੇ ਨਾਲ, ਕਿਉਂਕਿ ਅਸੀਂ ਨੀਵੇਂ ਹਾਂ, ਗਰੀਬ ਹਾਂ। ਚੰਦੂ ਨੂੰ ਕਹੋ ਕੋ ਵੱਡਾ ਧਨਾੜ ਆਪਦੇ ਵਰਗਾ ਲੱਭੇ। ਫਿਰ ਆਖਿਆ ਵੀ ਇਹ ਕੋਈ ਧੱਕਾ ਨਹੀਂ, ਵੀ ਚਲੋ ਨਹੀਂ ਸਾਡਾ ਮਨ ਮਿਲਿਆ, ਅਸੀਂ ਨਹੀਂ ਰਿਸ਼ਤਾ ਲੈ ਰਹੇ, ਕੋਈ ਜ਼ੋਰ ਥੋੜ੍ਹਾ, ਜ਼ਬਰਦਸਤੀ ਥੋੜ੍ਹਾ। ਅਤੇ ਫਿਰ ਬ੍ਰਾਹਮਣਾਂ ਵੀ ਆਖਿਆ ਵੀ ਪਾਤਸ਼ਾਹ ਵੀ ਅਸੀਂ ਤੁਹਾਡੇ ਭਲੇ ਵਾਸਤੇ ਕਹਿੰਦੇ ਹਾਂ, ਜੇ ਤੁਸੀਂ ਰਿਸ਼ਤਾ ਨਾ ਲਿਆ ਤਾਂ ਤੁਹਾਡੇ ਜਿਉਣ ਵਿੱਚ ਵੀ ਸ਼ੰਸਾ ਹੋ ਸਕਦਾ ਹੈ, ਭਾਵ ਵੀ ਚੰਦੂ ਤੁਹਾਨੂੰ ਜਿਉਂਦਾ ਨਹੀਂ ਛੱਡੇਗਾ। ਹਜ਼ੂਰ ਕਹਿੰਦੇ ਹਮ ਕਿਸ ਹੂੰ ਸੋ ਬੈਰ ਨਾ ਕਰੈਂ, ਕਿਸ ਕੋ ਬੁਰੋ ਨਾ ਹਿਰਦੇ ਧਰੈਂ, ਕਰਹਿ ਨਿਰਵੈਰ ਸੰਗ ਜੇ ਬੈਰ, ਤਿਸ ਕੇ ਜੋਗ ਲੋਕਨ ਕਿਆ ਖੈਰ। ਜਿਹੜਾ ਨਿਰਵੈਰ ਦੇ ਨਾਲ ਵੈਰ ਕਰਦਾ, ਪਰਮੇਸ਼ਰ ਆਪੇ ਨਿਬੜਦਾ ਹੈ। ਤੋ ਮਹਾਰਾਜ ਕਹਿੰਦੇ ਸਾਡਾ ਕਿਸੇ ਨਾਲ ਭਾਈ ਕੋਈ ਵੈਰ ਨਹੀਂ, ਅਸੀਂ ਨਿਰਵੈਰ ਹਾਂ, ਚੰਦੂ ਦੂਰ ਰਵੇ ਸਾਡੇ ਘਰ ਤੋਂ। ਜੇ ਵੈਰ ਕਰੇਗਾ ਨਿਰਵੈਰ ਦੇ ਨਾਲ ਤਾਂ ਫਿਰ ਉਹ ਪਰਮੇਸ਼ਰ ਜਾਣਦਾ ਹੈ, ਸੁੱਖ ਦਾ ਜਾਂ ਭਲੇ ਦਾ ਕੀਤਾ ਫਲ ਸੁੱਖ ਹੈ, ਅਤੇ ਬੁਰੇ ਦਾ ਕੀਤਾ ਫਲ ਦੁੱਖ ਹੁੰਦਾ। ਲੋਕ ਪਰਲੋਕ ਵਿੱਚ ਮੂੰਹ ਕਾਲਾ ਹੁੰਦਾ ਜਿਹੜਾ ਅਕਾਰਨ ਕਿਸੇ ਨਾਲ ਵੈਰ ਈਰਖਾ ਝਗੜਾ ਸਹੇੜਦਾ। ਜੇ ਮਹਾਰਾਜ ਨੇ ਕਹਿ ਦਿੱਤਾ, ਇਹਨਾਂ ਜਾ ਕੇ ਬ੍ਰਾਹਮਣ ਚੰਦੂ ਨੂੰ ਸੁਣਾਇਆ। ਫਿਰ ਸਾਧ ਸੰਗਤ ਜੀ, ਕਵੀ ਕਹਿੰਦੇ ਇੱਕ ਵਾਰੀ ਪ੍ਰਸੰਗ ਇੱਥੇ ਰੋਕ ਦਈਏ। ਚੰਦੂ ਦਾ ਮਹਾਰਾਜ ਦੇ ਨਾਲ ਕਿੰਨਾ ਕੁ ਵੈਰ ਵਧਿਆ, ਕੀ ਇਹਨੇ ਪਾਤਸ਼ਾਹ 'ਤੇ ਵਧੀਕੀਆਂ ਕੀਤੀਆਂ, ਗੁਰੂ ਘਰ ਦੇ ਨਾਲ ਵੈਰ ਸਹੇੜਿਆ, ਉਹ ਪ੍ਰਸੰਗ ਆਪਾਂ ਬਾਅਦ ਵਿੱਚ ਵਿਚਾਰਾਂਗੇ। ਹੁਣ ਪਹਿਲਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਆਹ ਦੀਆਂ ਤਿਆਰੀਆਂ। ਜਿਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਚਿੱਠੀਆਂ ਗੰਢਾਂ ਭੇਜੀਆਂ ਸਿੱਖਾਂ ਮਸੰਦਾਂ ਦੇ ਹੱਥ, ਸਿੱਖ ਗੰਢਾਂ ਲੈ ਲੈ ਕੇ ਹਰਗੋਬਿੰਦ ਸਾਹਿਬ ਦੇ ਵਿਆਹ ਦੀਆਂ ਪਹੁੰਚੇ। ਮਹਾਰਾਜ ਦੇ ਨਾਨਕਿਆਂ ਵੱਲ, ਇੱਧਰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਨਕੀ ਗੋਇੰਦਵਾਲ ਸਾਹਿਬ, ਸਾਰੇ ਸਿੱਖਾਂ ਨੂੰ ਜਿਵੇਂ ਜਿਵੇਂ ਮਹਾਰਾਜ ਦੇ ਵਿਵਾਹ ਦੀ ਖਬਰ ਪੈਂਦੀ, ਬੜਾ ਮੇਲ ਮਹਾਰਾਜ ਦੇ ਘਰ ਵਿੱਚ ਟੁੱਕਣਾ ਸ਼ੁਰੂ ਹੋਇਆ। ਉਹ ਪ੍ਰਸੰਗ ਆ ਜਾਵੇਗਾ। ਗਰੀਬ ਨਵਾਜ਼ ਨੂੰ ਚਿੱਤ ਵਿੱਚ ਵਸਾਈਏ ਜੀ। ਬਿਰਤੀ ਇਕਾਗਰ ਕਰਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਸੁਰ ਕਿਤਕ ਬਿਤਾਏ ਕਰ। ਤੋਂ ਅੱਗੇ ਕਵੀ ਜੀ ਕਹਿੰਦੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਜਦੋਂ ਵਿਆਹ ਬੰਨ੍ਹ ਦਿੱਤਾ ਹਰਗੋਬਿੰਦ ਸਾਹਿਬ ਦਾ, ਮਾਘ ਦੇ ਮਹੀਨੇ ਦਾ, ਕੁਝ ਕੁ ਮਹੀਨੇ ਜਾਂ ਦਿਨ ਜਦੋਂ ਬਤੀਤ ਕੀਤੇ ਐ। ਸ਼੍ਰੀ ਗੁਰ ਅਰਜਨ ਨਾਥ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਹੜੇ ਸਾਰੇ ਸੰਸਾਰ ਦੇ ਮਾਲਕ ਹਨ। ਚਿਤਵਤ ਨੰਦਨ ਵਿਆਹ ਕੋ। ਮਹਾਰਾਜ ਚਿਤਵਦੇ ਐ, ਵਿਉਂਤ ਬਣਾਉਂਦੇ ਐ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿਆਹ ਦੀ। ਵੱਡ ਉਤਸਵ ਕੇ ਸਾਥ। ਤੇ ਸਿੱਖਾਂ ਦੇ ਵਿੱਚ ਤੇ ਪਾਤਸ਼ਾਹ ਦੇ ਹਿਰਦੇ ਵਿੱਚ ਬੜਾ ਉਤਸ਼ਾਹ ਆ ਰਿਹਾ, ਬੜੀਆਂ ਖੁਸ਼ੀਆਂ ਖੇੜੇ ਮਹਾਰਾਜ ਦੇ ਹਿਰਦੇ ਵਿੱਚ, ਸੰਗਤਾਂ ਦੇ ਹਿਰਦੇ ਵਿੱਚ ਹਨ। ਨਿਸ਼ਾਨੀ ਛੰਦ ਅਗਹਨ ਬੀਤਿਓ ਮਾਸ ਜਬ। ਤੋ ਇਸੇ ਤਰ੍ਹਾਂ ਕਵੀ ਜੀ ਕਹਿੰਦੇ ਵੀ ਜਦੋਂ ਮੱਘਰ ਦਾ ਮਹੀਨਾ ਬਤੀਤ ਹੋਇਆ ਹੈ, ਪੁਨ ਪੂਸ ਸੋ ਆਇਓ, ਤੇ ਪੋਹ ਦਾ ਮਹੀਨਾ ਚੜ੍ਹ ਆਇਆ। ਮੱਘਰ ਲੰਘ ਗਿਆ, 2 ਮਹੀਨੇ ਸਨ ਨਾ ਵਿਆਹ 'ਚ। ਮੱਘਰ ਦੇ ਪਹਿਲੇ ਪੱਖ ਜਾਂ ਸਾਧ ਸੰਗਤ ਜੀ ਕੱਤਿਆਂ 'ਚ ਵਿਆਹ ਬੰਨਿਆ ਹਰਗੋਬਿੰਦ ਸਾਹਿਬ ਦਾ, ਛਗਣ ਲੱਗਿਆ। ਤੇ 2 ਕੁ ਮਹੀਨੇ ਜਦੋਂ ਬਤੀਤ ਹੋ ਗਏ ਆ, ਮੱਘਰ ਵੀ ਲੰਘ ਗਿਆ, ਤੇ ਜਦੋਂ ਪੋਹ ਅੱਧਾ ਕੁ ਆ ਗਿਆ, ਪੋਹ ਚੜ੍ਹ ਗਿਆ ਹੈ, ਸਮੈ ਮਹਾ ਉਤਸਾਹ ਕੋ। ਤੇ ਜਾਣਿਆ ਵੀ ਵਿਆਹ ਹੁਣ ਲਾਗੇ ਆ ਗਿਆ ਹੈ। ਬੜਾ ਵੱਡਾ ਉਤਸ਼ਾਹ
ਤੇ ਬੜਾ ਖੇੜਾ, ਬੜਾ ਇਕੱਠ ਹੋ ਜਾਣਾ ਹੈ। ਜਾਣਿਓ ਨਿਉਰਾਇਓ ਮਹਾਰਾਜ ਨੇ ਜਾਣਿਆ ਵੀ ਹੁਣ ਵੱਡੇ ਉਤਸ਼ਾਹ ਦਾ ਵਿਆਹ ਦਾ ਪ੍ਰੋਗਰਾਮ ਬਹੁਤ ਲਾਗੇ ਆ ਚੁੱਕਾ ਹੈ। ਮਹਾਦੇਵ ਸੋ ਮਿਲ ਗੁਰੂ ਇਧਰ ਸੱਚੇ ਪਾਤਸ਼ਾਹ ਜੀ ਵਿਚਾਰ ਕੇ ਹੁਣ ਧੰਨ ਗੁਰੂ ਰਾਮਦਾਸ ਪਿਤਾ ਸ਼੍ਰੀ ਜੀ ਤਾਂ ਸੱਚਖੰਡ ਗਮਨ ਕਰ ਗਏ ਹੈ ਤੇ ਵੱਡੇ ਪ੍ਰਿਥੀ ਚੰਦ ਤਾਂ ਹੈ ਨਹੀਂ ਇੱਥੇ, ਉਹ ਝਗੜਾ ਕਰਕੇ ਜਾ ਚੁੱਕੇ ਇੱਧਰ ਬਠਿੰਡੇ ਇਲਾਕੇ ਵਿੱਚ ਰਹਿੰਦੇ ਆ। ਇਕੱਲੇ ਬਾਬਾ ਮਹਾਦੇਵ ਜੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਵੱਡੇ ਆ ਜਿਹੜੇ, ਤੇ ਸਲਾਹ ਵਾਸਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਧੰਨ ਬਾਬਾ ਮਹਾਦੇਵ ਜੀ ਨੂੰ ਪਿਤਾ ਰੂਪ ਜਾਣ ਕੇ ਵੱਡਿਆਂ ਦੀ ਥਾਵੇਂ ਜਾਣ ਕੇ ਮਿਲੇ ਹਨ। ਬੈਠੇ ਇੱਕ ਥਾਨ ਇੱਕ ਥਾਂ ਤੇ ਦੋਵੇਂ ਭਰਾ ਤਾਂ ਇਕੱਠੇ ਹੋ ਕੇ ਬੈਠੇ ਹੈ। ਕਰੀ ਵਾਰਤਾ ਬਹੁਤ ਹੀ ਤੇ ਬੜੀਆਂ ਆਪਸ ਵਿੱਚ ਗੱਲਾਂ ਕੀਤੀਆਂ, ਕੁਝ ਪੁਰਾਣੀਆਂ ਕੁਝ ਹੋਰ ਅਗਾਂਹ ਬਾਰੇ ਗੱਲਾਂ ਬਾਤਾਂ ਕਰਦੇ ਰਹੇ ਹਨ। ਪ੍ਰਸੰਗ ਜੇ ਨਾਨਾ ਹੋਰ ਬੜੇ ਤਰ੍ਹਾਂ ਦੇ ਕੋਈ ਸੰਸਾਰੀ, ਕੋਈ ਵਿਹਾਰੀ, ਕੋਈ ਅਧਿਆਤਮੀ ਪ੍ਰਸੰਗ ਸਨ ਜਿਹੜੇ। ਬਾਹਰ ਵਿਆਹ ਕੀ ਬਾਤ ਕੋ ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰਗੋਬਿੰਦ ਸਾਹਿਬ ਦੇ ਵਿਆਹ ਦੀ ਗੱਲ ਤੋਰੀ ਹੈ। ਸਭ ਜ਼ਿਕਰ ਸੁਨਾਇਓ ਸਾਰਾ ਜ਼ਿਕਰ ਬਾਬਾ ਮਹਾਦੇਵ ਜੀ ਨੂੰ ਸੁਣਾ ਦਿੱਤਾ ਹੈ ਵੀ ਭਰਾ ਤਾਂ ਵਿਆਹ ਸਾਡੇ ਆਪਣੇ ਸਾਹਿਬਜ਼ਾਦੇ ਦਾ ਬੜਾ ਲਾਗੇ ਆ ਗਿਆ ਤੇ ਕਿਵੇਂ ਕਿਵੇਂ ਤਿਆਰਾ ਕਰਨਾ, ਤੁਸੀਂ ਵੱਡੇ ਹੋ, ਸਾਨੂੰ ਪਤਾ ਨਹੀਂ, ਆਪ ਜੀ ਸਮਝਾਉਣਾ ਕਰੋ। ਏਕ ਮਾਸ ਹੀ ਵਿੱਚ ਰਹਿਓ ਕਿਉਂਕਿ ਵਿੱਚ ਹੁਣ ਵੇਖੀਏ ਤੇ ਕੇਵਲ 1 ਮਹੀਨਾ ਰਹਿ ਗਿਆ ਹੈ। ਦਿਨ ਨਿਕਟ ਸੋ ਆਇਓ 20-25 ਦਿਨ ਹੈ ਤੇ ਬਸ ਦਿਨ ਤਾਂ ਬੰਨੇ ਤੇ ਆਏ, ਲਾਗੇ ਆਇਆ ਜਾਣੋ ਵਿਆਹ ਦਾ ਜਿਹੜਾ ਸਮਾਗਮ ਹੈ। ਵੱਡੋ ਭਰਾਤ ਅਬ ਦੂਰ ਹੈ ਤੇ ਹੁਣ ਜੇ ਵੇਖੀਏ ਤੇ ਪ੍ਰਿਥੀ ਚੰਦ ਸਾਡੇ ਵੱਡੇ ਭਰਾ ਤੁਹਾਤੋਂ ਵੀ ਵੱਡੇ ਆ ਬਾਬਾ ਮਹਾਦੇਵ ਜੀ, ਤੇ ਵੱਡੇ ਭਰਾ ਪ੍ਰਿਥੀ ਚੰਦ ਤਾਂ ਹੁਣ ਸਾਥੋਂ ਬੜੀ ਦੂਰ ਝਗੜਾ ਕਰਕੇ ਬੈਠੇ ਹੋਏ ਹਨ। ਬਠਿੰਡੇ ਇਲਾਕੇ ਵਿੱਚ ਸਾਧ ਸੰਗਤ ਜੀ ਗੁਰੂ ਕੇ ਕੋਠੇ ਨਾਵੇਂ ਪਿੰਡ ਜਿਹੜਾ ਨੂੰ ਜਹਾਂਗੀਰ ਵੱਲੋਂ ਮਿਲਿਆ ਸੀ ਇਹ ਪ੍ਰਿਥੀ ਚੰਦ ਨੂੰ, ਉੱਥੇ ਪ੍ਰਿਥੀ ਚੰਦ ਆਪਦੇ ਪਰਿਵਾਰ ਨਾਲ ਰਹਿੰਦਾ। ਮਹਾਰਾਜ ਕਹਿੰਦੇ ਵੱਡੇ ਭਰਾ ਤਾਂ ਸਾਥੋਂ ਬੜੀ ਦੂਰ ਬੈਠੇ ਹਨ। ਵੱਡ ਧਰਤ ਵਿਰੋਧਾ ਤੇ ਜਿਹੜੇ ਸਾਡੇ ਨਾਲ ਬੜੀ ਈਰਖਾ ਤੇ ਵੈਰ ਕਰਕੇ ਲੜ ਕੇ ਇੱਥੋਂ ਜਾ ਚੁੱਕਿਆ ਹੈ। ਨਮਰ ਭਏ ਨਹਿ ਮਾਨਹੀ ਭਾਵੇਂ ਅਸੀਂ ਬੜੇ ਤਰਲੇ ਕੀਤੇ ਹੈ ਪ੍ਰਿਥੀ ਚੰਦ, ਤੁਸੀਂ ਸਾਡੇ ਵੱਡੇ ਹੋ, ਗੁਰੂ ਰਾਮਦਾਸ ਮਹਾਰਾਜ ਦੇ ਥਾਵੇਂ ਹੋ, ਤੁਸੀਂ ਸਾਨੂੰ ਸਮਝਾਉਣਾ, ਰੋਕਣਾ ਟੋਕਣਾ, ਸਾਨੂੰ ਛੱਡ ਕੇ ਨਾ ਜਾਓ। ਪਰ ਉਹਨਾਂ ਸਾਡੇ ਨਾਲ ਈਰਖਾ ਕੀਤੀ ਤੇ ਸਾਡੀ ਇੱਕ ਬੇਨਤੀ ਨਾ ਮੰਨੀ, ਝਗੜਦੇ ਹੋਏ ਅੰਮ੍ਰਿਤਸਰ ਸ਼ਹਿਰ ਨੂੰ ਛੱਡ ਕੇ ਚਲੇ ਗਏ ਸਨ। ਰੱਖ ਹੈ ਔਰ ਕ੍ਰੋਧਾ ਤੇ ਹੁਣ ਤੱਕ ਵੀ ਸਾਡੇ ਵਾਸਤੇ ਉਹ ਹਿਰਦੇ ਵਿੱਚ ਪ੍ਰਿਥੀ ਚੰਦ ਬਹੁਤ ਕ੍ਰੋਧ ਰੱਖਦਾ ਹੈ, ਬੜਾ ਕਰੜਾ ਸੁਭਾਅ ਰੱਖਦਾ ਹੈ। ਚਹੀਆ ਹੈ ਅਬ ਹੈ ਬੁਲਾਵਨੋ ਇਸ ਕਰਕੇ ਇਹ ਬਾਬਾ ਮਹਾਦੇਵ ਜੀ ਅਸੀਂ ਸੋਚਦੇ ਹਾਂ ਵੀ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ। ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦਾ ਵਿਆਹ ਹੈ ਤੇ ਕਿਉਂ ਨਾ ਆਪਾਂ ਪ੍ਰਿਥੀ ਚੰਦ ਜੀ ਨੂੰ ਵੀ ਸੱਦਾ ਭੇਜ ਦਈਏ। ਇਹੋ ਉਚਿਤ ਮਹਾਨਾ ਇਹ ਸਿਆਣੀ ਗੱਲ ਹੈ ਵੀ ਭੇਜਣਾ ਚਾਹੀਦਾ, ਇਹੀ ਰੀਤੀ ਯੋਗ ਬਣਦੀ ਹੈ। ਕਿਉਂਕਿ ਹਰਗੋਬਿੰਦ ਸਾਹਿਬ ਦੇ ਤਾਇਆ ਲੱਗਦੇ ਵੱਡੇ ਥਾਵੇਂ ਪ੍ਰਿਥੀ ਚੰਦ, ਸਾਰੇ ਪਰਿਵਾਰ ਸਮੇਤ ਅਸੀਂ ਉਹਨਾਂ ਨੂੰ ਸੱਦਾ ਭੇਜ ਦਈਏ। ਸਹਿਤ ਕੁਟੰਬ ਸੋ ਆਵਨੋ ਤੇ ਸਹਿਤ ਉਹਨਾਂ ਨੂੰ ਆਖਾਂਗੇ ਵੀ ਸਾਰੇ ਪਰਿਵਾਰ ਸਮੇਤ ਤੁਸਾਂ ਨੇ ਆਉਣਾ ਹੈ। ਕਰਮੋਂ ਆਪਣੀ ਪਤਨੀ ਤੇ ਪੁੱਤਰ ਮਿਹਰਵਾਨ ਨੂੰ ਤੇ ਹੋਰ ਸਿੱਖ ਸੇਵਕਾਂ ਨੂੰ ਲੈ ਕੇ ਆਉਣਾ ਹੈ। ਹੋਵਹਿ ਇਸ ਥਾਨਾ ਤੇ ਜੇ ਕਿੱਡਾ ਚੰਗਾ ਹੋਵੇਗਾ ਜੇ ਸਾਡੇ ਵੱਡੇ ਭਰਾ ਤਾਂ ਬਾਬਾ ਪ੍ਰਿਥੀ ਚੰਦ ਵੀ ਇੱਥੇ ਆ ਜਾਣਗੇ ਸਾਰੇ ਪਰਿਵਾਰ ਦੇ ਸਮੇਤ। ਮਹਾਦੇਵ ਬੋਲਿਓ ਸੁਨਤ ਤੇ ਬਾਬਾ ਮਹਾਦੇਵ ਜੀ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ ਸੁਣ ਕੇ ਬੋਲੇ ਹਨ, ਭੇਜਹੁ ਲਿਖ ਪਾਤੀ ਹਾਂ ਭਰਾਤਾ ਜ਼ਰੂਰ ਤੁਹਾਨੂੰ ਚਿੱਠੀ ਲਿਖ ਕੇ ਸੱਦੇ ਵਾਸਤੇ ਜਿਹੜੀ ਹੈ ਉਹ ਬਾਬਾ ਪ੍ਰਿਥੀ ਚੰਦ ਵੱਡੇ ਭਾਈ ਨੂੰ ਭੇਜਣੀ ਚਾਹੀਏ। ਕੋ ਨਰ ਆਛੋ ਜਾਏ ਕੈ ਤੇ ਕੋਈ ਸਿਆਣਾ ਸਿੱਖ ਜਿਹੜਾ ਨਾ, ਕੋਈ ਗੁਰਮੁਖ ਪਿਆਰਾ ਸਿਆਣਾ ਸਿੱਖ ਜਿਹਦੀ ਪ੍ਰਿਥੀ ਚੰਦ ਮੰਨ ਲਵੇ, ਇਹੋ ਜਿਹਾ ਸਿਆਣਾ ਗੁਰਮੁਖ ਭੇਜਣਾ ਚਾਹੀਦਾ ਹੈ। ਅਨਹਿ ਭਲ ਭਾਂਤੀ ਤੇ ਉਹਨਾਂ ਨੂੰ ਵਿਆਹ ਦਾ ਸੱਦਾ ਦੇ ਕੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ
ਇੱਥੇ ਵਿਆਹ ਵਿੱਚ ਅੰਮ੍ਰਿਤਸਰ ਲੈ ਆਵੇਗਾ। ਸਨਮਾਨਹ ਸਭ ਰੀਤ ਤੇ ਤੇ ਆਪਾਂ ਪ੍ਰੀਤੀ ਚੰਦ ਆਏ ਦਾ ਸਾਰੇ ਤਰ੍ਹਾਂ ਦੇ ਨਾਲ ਸਤਿਕਾਰ ਮਾਣ ਕਰਨਾ ਹੈ ਭਰਾਤ ਵਡੇਰੋ। ਕਿਉਂਕਿ ਆਪਣੇ ਦੋਹਾਂ ਦਾ ਵੱਡਾ ਭਰਾ ਲੱਗਦਾ ਗੁਰੂ ਰਾਮਦਾਸ ਪਿਤਾ ਜੀ ਦੇ ਥਾਵੇਂ ਹੈ ਬਾਬਾ ਪ੍ਰੀਤੀ ਚੰਦ। ਜਿਉ ਕਿਉ ਕਰ ਤਿਸ ਆਨੀਓ। ਠੀਕ ਤੁਹਾਡੀ ਸਲਾਹ ਹੈ ਬਾਬਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਜਿਵੇਂ ਕਿਵੇਂ ਕਰਕੇ ਵੀ ਚਾਹੇ ਚਲੋ ਮਿਹਨਤ ਤਰਲਾ ਕਰਨਾ ਪਵੇ ਤੋ ਬਾਬਾ ਪ੍ਰਿਥੀ ਚੰਦ ਨੂੰ ਜਿਵੇਂ ਕਿਵੇਂ ਕਰਕੇ ਵਿਆਹ ਤੇ ਸੱਦਣਾ ਚਾਹੀਦਾ, ਲਿਆਉਣਾ ਚਾਹੀਦਾ, ਮਨਾਉਣਾ ਚਾਹੀਦਾ ਹੈ। ਆਛੀ ਵਿਦ ਹੇਰੋ। ਇਹ ਤਾਂ ਚੰਗੀ ਵਿਧੀ ਤੁਸਾਂ ਨੇ ਵੇਖੀ ਹੈ, ਬਹੁਤ ਸਿਆਣੀ ਗੱਲ ਹੈ। ਜਿਵੇਂ ਕਿਵੇਂ ਮਰਜ਼ੀ ਸੱਦਣਾ ਚਾਹੀਦਾ ਹੈ, ਇੱਥੇ ਲੈ ਕੇ ਆਉਣਾ ਚਾਹੀਦਾ ਹੈ। ਪਰਨੇ ਮਰਨੇ ਮਹਿ ਸਰਬ। ਕਿਉਂਕਿ ਕੋਈ ਵਿਆਹ ਹੈ, ਕੋਈ ਜੰਮਣਾ, ਕੋਈ ਮਰਨਾ ਜਿਹੜਾ ਘਰਾਂ ਵਿੱਚ ਹੁੰਦਾ ਹੈ। ਸੰਬੰਧ ਮਿਲੰਤੇ। ਤੇ ਸਾਰੇ ਰਿਸ਼ਤੇਦਾਰ ਚਲੋ ਅੱਗੇ ਪਿੱਛੇ ਲੜੇ ਵੀ ਹੋਣ, ਜਦੋਂ ਕੋਈ ਮਰਨਾ ਪਰਨਾ ਹੁੰਦਾ ਹੈ ਤੇ ਸਾਰਾ ਸ਼ਰੀਕਾ ਮਿਲ ਬੈਠਦਾ ਹੈ, ਰਿਸ਼ਤੇਦਾਰ ਸੰਬੰਧੀ ਜ਼ਰੂਰ ਪਹੁੰਚਦੇ ਹਨ। ਇਹੀ ਜਗਤ ਕੀ ਰੀਤ ਹੈ। ਇਹੀ ਸਾਰੇ ਸੰਸਾਰ ਦੀ ਮਰਿਆਦਾ ਵੀ ਚਲੋ ਅੱਗੇ ਪਿੱਛੇ ਜੇ ਕੋਈ ਗੁੱਸਾ ਵੈਰ ਵੀ ਹੈ ਤੇ ਜਦੋਂ ਕੋਈ ਮਰਨਾ ਪਰਨਾ ਹੁੰਦਾ ਉਦੋਂ ਜ਼ਰੂਰ ਇੱਕ ਦੂਜੇ ਦੇ ਘਰ ਜਾਣਾ ਚਾਹੀਦਾ ਹੈ, ਕੁਛ ਖੁਸ਼ੀ ਗਮੀ ਵਿੱਚ ਹਾਜ਼ਰ ਹੋਣਾ ਚਾਹੀਦਾ ਤੇ ਸਾਰੇ ਹੁੰਦੇ ਵੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹੀ ਸੰਸਾਰ ਦੀ ਮਰਿਆਦਾ ਬਣੀ ਹੈ। ਸਭ ਨਰ ਬਰਤੰਤੇ। ਤੇ ਸੰਸਾਰ ਦੇ ਸਿਆਣੇ ਲੋਕ ਇਸੇ ਮਰਿਆਦਾ ਵਿੱਚ ਹੀ ਵਿਚਰਦੇ ਹਨ। ਸ਼ਾਦੀ ਤੁਮਰੈ ਸਦਨ ਹੈ। ਬਾਕੀ ਵਿਆਹ ਤੁਹਾਡੇ ਘਰ ਵਿੱਚ ਹੈ, ਤੁਹਾਡੇ ਸਾਹਿਬਜ਼ਾਦੇ ਦਾ ਆਨੰਦ ਕਾਰਜ ਹੋ ਰਿਹਾ ਹੈ। ਰੂਠੇ ਸੋ ਮਨਾਓ। ਇਸ ਕਰਕੇ ਗੁਰੂ ਅਰਜਨ ਦੇਵ ਜੀ ਤੁਹਾਡਾ ਫਰਜ਼ ਬਣਦਾ, ਜਿੰਨੇ ਕੋਈ ਲੋਕ ਰੁੱਸੇ ਹੈ ਨਾ ਉਹਨਾਂ ਨੂੰ ਤੁਸੀਂ ਮਨਾਉਣਾ ਹੈ, ਕਿਉਂਕਿ ਵਿਆਹ ਤੁਹਾਡੇ ਘਰ ਵਿੱਚ ਹੈ। ਭਰਾਤਾ ਕਰਹ ਇਕਤਰ ਸਭ। ਤੇ ਇਹ ਮੇਰੇ ਭਰਾਤਾ ਸਾਰੇ ਰੁੱਸੇ ਹੋਇਆਂ ਨੂੰ ਆਪਣੇ ਪੁੱਤਰ ਦੇ ਵਿਆਹ ਤੇ ਆਪ ਮਨਾ ਕੇ ਇਕੱਠੇ ਕਰਨਾ ਚਾਹੀਦਾ ਹੈ। ਵੱਡਤਾ ਜਿਮ ਪਾਓ। ਹਾਂ, ਇਸ ਤਰ੍ਹਾਂ ਵਡਿਆਈ ਪਾਓਗੇ ਤੁਸੀਂ। ਭਾਵ ਉਹ ਵਿਆਹ ਪੁੱਤਰ ਦਾ ਤੇ ਉਹ ਕੰਮ ਕਰਨਾ ਚਾਹੀਦਾ ਜਿਹਦੇ ਵਿੱਚ ਵਡਿਆਈ ਹੋਵੇ। ਕੋਈ ਇਕੱਲਾ ਵੱਡਾ ਨਹੀਂ ਹੁੰਦਾ। ਜੇ ਕੋਈ ਰੁੱਸਿਆ ਹੈ ਤੇ ਇਹ ਆਪਣੇ ਪੁੱਤਰ ਦੇ ਵਿਆਹ ਤੇ ਉਹਨੂੰ ਸਾਰਿਆਂ ਨੂੰ ਮਨਾ ਕੇ ਤੁਹਾਨੂੰ ਸੱਦਣਾ ਚਾਹੀਦਾ ਹੈ, ਬੁਲਾਉਣਾ ਚਾਹੀਦਾ। ਇਸੇ ਵਿੱਚ ਹੀ ਸੰਸਾਰ ਸ਼ੋਭਾ ਕਰਦਾ ਹੈ। ਸ਼ੋਭਾ ਹੈ ਬਹੁ ਮੇਲ ਕੀ। ਜਿੰਨਾ ਵੱਧ ਮੇਲ ਹੁੰਦਾ ਘਰਾਂ ਵਿੱਚ ਓਨੀ ਵਡਿਆਈ ਹੁੰਦੀ। ਵੀ ਫਲਾਣੇ ਦੇ ਪੁੱਤਰ ਤੇ ਵਿਆਹ ਤੇ ਕੋਈ ਨਹੀਂ ਰਿਹਾ, ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਸ਼ਰੀਕੇ ਵਾਲੇ ਵੀ ਆਏ ਹੈ। ਸਾਰਾ ਲੋਕ ਜਿਹੜੇ ਸੰਸਾਰ ਵਾਲੇ ਸ਼ੋਭਾ ਕਰਦੇ ਹੈ। ਜਿੰਨਾ ਵੱਧ ਸ਼ਰੀਕਾ ਕਬੀਲਾ ਜੁੜਦਾ ਹੈ। ਬੰਧੁਪ ਸਮੁਦਾਇਆ। ਕਹਿੰਦੇ ਆ ਵੀ ਭਾਈ ਫਲਾਣੇ ਦੇ ਵਿਆਹ ਤੇ ਕੋਈ ਨਹੀਂ ਰਿਹਾ, ਸਾਰੇ ਰਿਸ਼ਤੇਦਾਰ ਚਾਚੇ ਤਾਏ ਨਾਨਕੇ ਦਾਦਕੇ ਸਭ ਸੰਬੰਧੀ ਜੁੜ ਕੇ ਬੈਠੇ ਸਨ। ਜਾਤ ਵਿਖੈ ਸੋ ਵੱਡਾ ਹੋਏ। ਉਹੀ ਆਪਦੀ ਬਰਾਦਰੀ ਵਿੱਚ ਆਪਦੇ ਘਰਾਣਿਆਂ ਵਿੱਚ ਵੱਡਾ ਅਖਵਾਉਂਦਾ ਹੈ। ਸਭ ਸੋ ਬਨ ਆਇਆ। ਜਿਹਦੀ ਸਾਰਿਆਂ ਨਾਲ ਬਣ ਆਉਂਦੀ ਹੈ, ਜਿਹੜਾ ਸਾਰਿਆਂ ਦਾ ਸਤਿਕਾਰ ਕਰਦਾ ਹੈ, ਘਰੇ ਖੁਸ਼ੀ ਦੇ ਵਿਆਹ ਆਦਿਕ ਤੇ ਸਭ ਨੂੰ ਮਨਾ ਕੇ ਘਰੇ ਸੱਦਦਾ ਨਾ, ਨੀਵਾਂ ਹੋ ਕੇ ਸਤਿਕਾਰ ਦਿੰਦਾ ਸਾਰਿਆਂ ਨੂੰ ਆਇਆਂ ਨੂੰ, ਉਹੀ ਸੰਸਾਰ ਵਿੱਚ ਵੱਡਾ ਕਹਾਉਂਦਾ ਹੈ। ਮਹਾਦੇਵ ਕੇ ਬਾਕ ਕੋ। ਤੋ ਬਾਬਾ ਮਹਾਦੇਵ ਜੀ ਦੀਆਂ ਐਡੀਆਂ ਸਿਆਣੀਆਂ ਸੁੰਦਰ ਗੱਲਾਂ ਸੁਣ ਕਰਕੇ ਸਤਿਗੁਰ ਨੇ ਮਾਨਾ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀਆਂ ਮੰਨਣਾ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਇਹ ਬਾਬਾ ਮਹਾਦੇਵ ਜੀ ਦੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਹਨ। ਲਿਖੀ ਪੱਤਰਿਕਾ ਤਬਹਿ ਗੁਰ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਸੱਦਾ ਭੇਜਿਆ, ਇੱਕ ਚਿੱਠੀ ਲਿਖੀ ਹੈ। ਵਡਿਆਏ ਮਹਾਨਾ। ਤੇ ਬਾਬਾ ਮਹਾਦੇਵ ਜੀ ਨੂੰ ਬੜਾ ਵਡਿਆਇਆ, ਪਹਿਲਾਂ ਬੜਾ ਸੋਭਾ ਬਾਬਾ ਵਾਹਿਗੁਰੂ ਪ੍ਰਿਥੀ ਚੰਦ ਦੀ ਕੀਤੀ। ਪ੍ਰਿਥੀ ਚੰਦ ਨੂੰ ਸੱਦਾ ਭੇਜਿਆ, ਚਿੱਠੀ ਲਿਖੀ ਪਾਤਸ਼ਾਹ ਨੇ। ਆਖਿਆ ਪ੍ਰਿਥੀ ਚੰਦ ਤੁਸੀਂ ਸਾਡੇ ਗੁਰੂ ਰਾਮਦਾਸ ਮਹਾਰਾਜ ਗਰੀਬ ਨਵਾਜ ਪਿਤਾ ਜੀ ਦੀ ਥਾਵੇਂ ਵੱਡੇ ਹੋ, ਅਸੀਂ ਭੁੱਲਣਹਾਰੇ ਹਾਂ, ਤੁਸੀਂ ਬਖਸ਼ਣ ਵਾਲੇ ਹੋ। ਮਿਹਰਬਾਨ ਨੰਦਨ ਜਥਾ। ਤੇ ਹੇ ਮੇਰੇ ਭਰਾਤਾ ਜਿਵੇਂ ਤੁਹਾਨੂੰ ਤੁਹਾਡਾ ਮਿਹਰਬਾਨ ਪੁੱਤਰ ਲੱਗਦਾ ਹੈ। ਹਰ ਗੋਬਿੰਦ ਤੈਸੇ। ਤੇ ਅਸੀਂ ਜਾਣਦੇ ਹਾਂ ਵੀ ਜਿਵੇਂ ਤੁਹਾਨੂੰ ਤੁਹਾਡਾ ਮਿਹਰਬਾਨ ਪੁੱਤਰ, ਉਸੇ ਤਰ੍ਹਾਂ ਤੁਹਾਨੂੰ ਹਰਗੋਬਿੰਦ ਸਾਹਿਬ ਵੀ ਪਿਆਰਾ। ਤੋ ਮਹਾਰਾਜ ਦੀ ਇਹ ਵਡਿਆਈ ਹੈ ਨਾ ਸਾਧ ਸੰਗਤ ਜੀ। ਉਹੀ ਪ੍ਰਿਥੀ ਚੰਦ ਹੈ ਜਿਹਨੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜ਼ਹਿਰ ਦਵਾਇਆ।
ਪਰ ਪਾਤਸ਼ਾਹ ਚਿੱਠੀ 'ਚ ਲਿਖ ਰਹੇ ਆ, ਇਹ ਭਰਾਤਾ ਪ੍ਰਿਥੀ ਚੰਦ, ਜਿਵੇਂ ਤੁਹਾਨੂੰ ਮਿਹਰਬਾਨ ਪਿਆਰਾ ਹੈ ਅਸੀਂ ਜਾਣਦੇ ਹਾਂ, ਉਵੇਂ ਤੁਹਾਨੂੰ ਸਾਡਾ ਹਰਗੋਬਿੰਦ ਸਾਹਿਬ ਪਿਆਰਾ ਲੱਗਦਾ ਹੈ। ਵਿਆਹ ਸਮਾ ਇਨ ਕੋ ਅਬ ਹੈ। ਤੇ ਹੁਣ ਜਾਣੋ ਵੀ ਹਰਗੋਬਿੰਦ ਸਾਹਿਬ ਦਿਨਾਂ ਦੇ ਵਿਆਹ ਦਾ ਸਮਾਂ ਆ ਗਿਆ ਨਜ਼ਦੀਕ। ਮਾਘ ਦੀ ਸੁਦੀ ਦਸਵੀਂ ਦਾ ਵਿਆਹ ਬੰਨ ਦਿੱਤਾ ਹੈ। ਭੇਜਿਓ ਲਿਖ ਜੈਸੇ। ਤੇ ਅਸੀਂ ਲਿਖ ਕੇ ਸਾਰੇ ਪਾਸੇ ਭੇਜ ਦਿੱਤਾ, ਜਾਂ ਮਹਾਰਾਜ ਨੇ ਲਿਖ ਕੇ ਦੱਸ ਦਿੱਤਾ ਵੀ ਮਾਘ ਸੁਦੀ ਦਸਵੀਂ ਦਾ ਹਰਗੋਬਿੰਦ ਸਾਹਿਬ ਦਾ ਵਿਆਹ ਅਸਾਂ ਬੰਨ ਦਿੱਤਾ ਹੈ। ਆਪਨ ਜਾਨ ਆਵਹ ਇਹਾਂ। ਤੇ ਆਪ ਦਾ ਪੁੱਤਰ ਜਾਣ ਕੇ, ਸਾਨੂੰ ਆਪ ਦੇ ਨਿੱਕੇ ਭਰਾ ਜਾਣ ਕੇ, ਹੇ ਬਾਬਾ ਪ੍ਰਿਥੀ ਚੰਦ ਜੀ, ਸਾਰੇ ਪਰਿਵਾਰ ਸਮੇਤ ਤੁਸੀਂ ਆਉਣਾ ਹੈ। ਤੁਮ ਕਾਜ ਰਚਾਵੋ। ਤੇ ਇਥੋਂ ਦੇ ਸਾਰੇ ਕੰਮਕਾਰ ਤੁਸਾਂ ਕਰਨੇ, ਕਿਉਂਕਿ ਤੁਸੀਂ ਵੱਡੇ ਹੋ। ਤੁਹਾਡੇ ਕਰਨਯੋਗ ਸਾਰੇ ਜਿੰਨੇ ਮਿਲਣੀ ਆਦਿਕ ਕਾਰਜ ਹੈ ਭਰਾਤਾ ਜੀ ਤੁਸਾਂ ਨੇ ਸਾਂਭਣੇ ਕਰਨੇ ਹਨ। ਜਿਮ ਆਏ ਸੋ ਦੇਹੁ ਕਰਹਿ ਤਿਮ। ਬਾਕੀ ਤੁਸੀਂ ਆ ਕੇ ਬਹਿ ਹੀ ਜਾਓ ਸਾਡੇ ਘਰ ਵਿੱਚ, ਸਾਨੂੰ ਬੜਾ ਪ੍ਰਵਾਸਾ ਹੋਵੇਗਾ, ਵੱਡੇ ਹੋ। ਤੇ ਜਿਵੇਂ ਜਿਵੇਂ ਤੁਸੀਂ ਸਾਨੂੰ ਹੁਕਮ ਕਰੋਗੇ, ਘਰ ਦੇ ਕਾਰੋਬਾਰ ਵਿਆਹ ਕਾਰਜ ਜਿਹੜੇ ਅਸੀਂ ਸਾਰੇ ਤੁਹਾਡੀ ਆਗਿਆ ਅਨੁਸਾਰ ਮੰਨ ਕੇ ਕਰਾਂਗੇ। ਜਿਵੇਂ ਜਿਵੇਂ ਤੁਸੀਂ ਆਖੋਗੇ ਉਸੇ ਤਰ੍ਹਾਂ ਹੀ ਸਾਰਾ ਕੰਮ ਹੋਣਾ ਹੈ। ਜਿਸ ਤੇ ਜਸ ਪਾਵੋ। ਤੇ ਤੁਹਾਡਾ ਵੀ ਸੋਭਾ ਤੇ ਸਾਡੀ ਵੀ ਸੋਭਾ, ਤੁਹਾਨੂੰ ਵੀ ਲੋਕ ਸਲਾਹੁਣਗੇ, ਸਾਰੇ ਸੋਭਾ ਕਰਨਗੇ। ਕ੍ਰੋਧ ਵਿਰੋਧ ਨ ਕੀਜੀਏ। ਤੇ ਕਿਰਪਾ ਕਰਕੇ ਹੁਣ ਸਾਡੇ ਨਾਲ ਗੁੱਸਾ ਨਾ ਕਰੋ, ਸਾਡੇ ਨਾਲ ਈਰਖਾ ਦਵੈਸ਼ ਹੁਣ ਜਿਹੜੀ ਕਰਦੇ ਸਾਰੀ ਛੱਡ ਦੇਣਾ ਕਰੋ ਜੀ। ਹਮ ਕੋ ਲਗ ਜਾਨੋ। ਅਸੀਂ ਅਣਜਾਣ ਅਗਿਆਨ ਹਾਂ, ਤੇ ਸਾਨੂੰ ਨਿੱਕੇ ਜਾਣ ਕੇ ਬਖਸ਼ ਦੇਵੋ। ਹਾਨ ਲਾਭ ਤੁਮ ਕੋ ਆਹੈ। ਕਿਉਂਕਿ ਨੁਕਸਾਨ ਤੇ ਲਾਭ ਫਾਇਦਾ ਇਹ ਦੋਵੇਂ ਤੁਹਾਡਾ ਹੀ ਹੈ ਭਰਾਤਾ ਜੀ। ਨੁਕਸਾਨ ਵੀ ਤੁਹਾਡਾ, ਸੋਭਾ ਵੀ ਤੁਹਾਡੀ ਹੈ। ਜਸ ਅਪ ਜਸ ਸਾਨੋ। ਤੇ ਅਪ ਜਸ ਸਾਰੇ ਸੰਬੰਧੀਆਂ ਰਿਸ਼ਤੇਦਾਰਾਂ ਵਿੱਚ ਜਸ ਤੇ ਵਡਿਆਈ ਵੀ ਤੁਹਾਡੀ ਹੈ। ਨਿੰਦਾ ਵਾਹਿਗੁਰੂ ਜਿਹੜਾ ਹੈ, ਨਿੰਦਾ ਵਡਿਆਈ ਵੀ ਤੁਹਾਡੀ ਤੇ ਨੁਕਸਾਨ ਫਾਇਦਾ ਵੀ ਤੁਹਾਡਾ। ਨਾ ਆਓਗੇ ਤੇ ਸਾਰੇ ਨਿੰਦਾ ਕਰਨਗੇ, ਨੁਕਸਾਨ ਤੁਹਾਡਾ ਹੈ ਭਰਾਤਾ ਜੀ। ਆਓਗੇ ਤੇ ਵੱਡੇ ਬਣ ਕੇ ਇੱਥੇ ਹੁਕਮ ਚਲਾਓ, ਸਾਰੇ ਤੁਹਾਡੀ ਸੋਭਾ ਕਰਨਗੇ, ਇਸੇ ਵਿੱਚ ਤੁਹਾਡਾ ਫਾਇਦਾ ਹੈ। ਹਮ ਲਗ ਤੁਮ ਭਰਾਤਾ ਵੱਡੇ। ਤੁਸੀਂ ਵੱਡੇ, ਅਸੀਂ ਤੁਹਾਡੇ ਛੋਟੇ ਭਰਾਤਾ ਹਾਂ। ਸਗਰੀ ਵਿਧ ਜਾਨੋ। ਤੇ ਇਸੇ ਤਰ੍ਹਾਂ ਤੁਸੀਂ ਆਪਦੇ ਆਪ ਨੂੰ ਮਹਾਰਾਜ ਸਾਰੇ ਤਰ੍ਹਾਂ ਦੇ ਨਾਲ ਵੱਡਾ ਜਾਣਨਾ ਕਰੋ। ਚਤੁਰ ਮਹਾ ਵਿਵਹਾਰ ਮਹਿ। ਤੁਸੀਂ ਕਿਉਂਕਿ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਇਹ ਜਾਣਦੇ, ਸਾਧ ਸੰਗਤ ਜੀ, ਪ੍ਰਿਥੀ ਚੰਦ ਦੀ ਇੱਕ ਸਿਫਤ ਸੀਗੀ ਵੀ ਇਹ ਜਿਹੜੇ ਸੰਸਾਰੀ ਕਾਰ ਵਿਹਾਰ ਹੁੰਦੇ ਨਾ, ਵੱਡੇ ਵੱਡੇ ਵਿਆਹ ਪ੍ਰੋਗਰਾਮ, ਵੱਡੇ ਵੱਡੇ ਸਮਾਗਮ ਪ੍ਰਿਥੀ ਚੰਦ ਨੂੰ ਭੁਗਤਾਉਣੇ ਆਉਂਦੇ ਸੀ। ਕਿਉਂਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਨਾਨਾ ਲੱਗਦੇ ਸੀ ਪਾਤਸ਼ਾਹ ਦੇ, ਤੇ ਗੁਰਤਾ ਸਿੰਘਾਸਣ ਤੇ ਸੁਭਾਏਮਾਨ ਸਨ, ਤੇ ਬਾਬਾ ਮੋਹਨ ਜੀ ਜਿਹੜੇ ਉਹ ਤਾਂ ਮਸਤਾਨੇ ਸੀ, ਤੇ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਬੜੇ ਭਲੇ ਮਾਨਸ ਸਨ। ਤੇ ਵੇਖ ਲਓ ਵੀ ਛੋਟੀ ਜਿਹੀ ਉਮਰ ਸੀ ਬਾਬਾ ਪ੍ਰਿਥੀ ਚੰਦ ਦੀ, ਤੇ ਗੋਇੰਦਵਾਲ ਜਿੰਨੀ ਸੰਗਤ ਆਉਂਦੀ ਸੀ ਸਾਰੇ ਦਾ ਪ੍ਰਬੰਧ ਇਕੱਲਾ ਕਰਦਾ ਹੁੰਦਾ ਸੀ। ਜਿਹੜੇ ਆਏ ਗਏ ਨੂੰ ਸਾਂਭਣਾ, ਵੱਡੇ ਵੱਡੇ ਕਾਰੋਬਾਰ, ਵੱਡੇ ਵੱਡੇ ਜਿਹੜੇ ਸੰਗਤਾਂ ਮਸੰਦਾਂ ਨੂੰ ਸੰਭਾਲਣਾ, ਲੈਣਾ ਦੇਣਾ, ਸੰਸਾਰ ਦੇ ਲੈਣ ਦੇਣ ਦੇ ਕੰਮਾਂ ਨੂੰ ਪ੍ਰਿਥੀ ਚੰਦ ਬਹੁਤ ਸਿਆਣਾ ਸੀ, ਤੇਜ ਚੁਸਤ ਬਹੁਤ ਸੀਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਗਤ ਦਾ ਇਕੱਠ ਬਹੁਤ ਹੋ ਜਾਣਾ ਪ੍ਰਿਥੀ ਚੰਦ ਭਰਾ, ਤੇ ਅਸੀਂ ਇਕੱਲੇ ਹਾਂ। ਤੇ ਅਸੀਂ ਜਾਣਦੇ ਹਾਂ ਵੀ ਤੁਸੀਂ ਸੰਗਤ ਨੂੰ, ਇਕੱਠ ਨੂੰ ਸਾਂਭਣ ਵਿੱਚ, ਪ੍ਰਬੰਧ ਕਰਨ ਵਿੱਚ ਬੜੇ ਸਿਆਣੇ ਹੋ, ਚਤਰ ਚਲਾਕ ਹੋ। ਸਭ ਤੇ ਨਹਿ ਛਾਨੋ। ਤੇ ਸਾਨੂੰ ਸਾਰਾ ਪਤਾ ਵੀ ਕੋਈ ਤੁਹਾਡੇ ਬਰਾਬਰ ਦਾ ਨਹੀਂਗਾ, ਤੇ ਸਾਰਿਆਂ ਤੋਂ ਤੁਸੀਂ ਸਿਆਣੇ ਹੋ, ਇਹ ਗੱਲ ਸਾਰੇ ਜਾਣਦੇ ਹਨ। ਇਤਿਆਦਿਕ ਲਿਖ ਸਿੱਖ ਪਠਿਓ। ਇਸ ਲਈ ਤੁਹਾਡਾ ਆਉਣਾ ਬੜਾ ਜ਼ਰੂਰੀ ਹੈ। ਇਹ ਚਿੱਠੀ ਲਿਖ ਕੇ ਮਹਾਰਾਜ ਨੇ ਸਿੱਖ ਨੂੰ ਦੇ ਭੇਜ ਦਿੱਤਾ ਹੈ। ਜੰਗਲ ਦਿਸ਼ ਜਾਹੀ। ਤੇ ਇਹ ਜੰਗਲ ਦੇਸ਼ ਵੱਜਦਾ ਸੀ ਮਾਲਵਾ, ਬਠਿੰਡਾ ਹੀ ਇਕੱਲਾ ਸਾਧ ਸੰਗਤ ਜੀ ਇੱਥੇ ਕੋਈ ਵੱਡਾ ਨਗਰ ਸੀ, ਹੋਰ ਬਾਕੀ ਥੋੜ੍ਹੇ ਬਹੁਤੇ। ਹੁਣ ਵੀ ਜਦੋਂ ਤੁਸੀਂ ਆ ਬਠਿੰਡੇ ਵਾਲਾ ਪਾਸਾ ਜਾਓ ਤੇ ਪਿੰਡ ਕੋਈ 10-10 ਕਿਲੋਮੀਟਰ ਵੀ ਪਿੰਡ ਨਹੀਂ ਆਉਂਦਾ ਜੇ, ਵਸੋਂ ਬੜੀ ਥੋੜ੍ਹੀ ਇੱਧਰ। ਤੋਂ ਪਾਤਸ਼ਾਹ ਮਹਾਰਾਜ ਨੇ ਇਹਨੂੰ ਜੰਗਲ ਇਹ ਇਲਾਕਾ ਕਹਿੰਦੇ ਸੀ, ਜੰਗਲ ਦੇਸ਼ ਵਾਲੇ ਪਾਸੇ ਭਾਵ ਮਾਲਵੇ ਨੂੰ ਭੇਜ ਦਿੱਤਾ ਸਿੱਖ। ਗ੍ਰਾਮ ਨਾਮ ਕੋਠਾ ਹੈ। ਤੇ ਗੁਰੂ ਕੇ ਕੋਠੇ ਨਾਮ ਦਾ ਜਿਹੜਾ ਪਿੰਡ ਹੈ ਸੀ। ਬਸ ਹੈ ਤੇ ਸਮਾਹੀ। ਪ੍ਰਿਥੀ ਚੰਦ ਇੱਥੇ ਰਹਿੰਦਾ ਆਪਦੇ ਪਰਿਵਾਰ ਦੇ ਸਮੇਤ।
ਇਹ ਪਿੰਡ ਪ੍ਰਿਥੀ ਚੰਦ ਨੂੰ ਜਹਾਂਗੀਰ ਵੱਲੋਂ ਮਿਲਿਆ ਹੋਇਆ ਹੈ। ਕਾਬਰ ਭਰ ਪਕਵਾਨ ਕੀ। ਤੋ ਇਸੇ ਤਰ੍ਹਾਂ ਸਾਧ ਸੰਗਤ ਜੀ ਇੱਥੇ ਸਿੱਖ ਪਹੁੰਚਿਆ। ਤੋ ਜਿਹੜਾ ਹੈ ਵਹਿੰਗੀ ਮਹਾਰਾਜ ਨੇ ਜਦੋਂ ਇਹ ਸਿੱਖ ਤੋਰਿਆ ਨਾ ਸੱਦਾ ਦੇ ਕੇ, ਵਹਿੰਗੀ ਹੁੰਦੀ ਉਹ ਮੋਢਿਆਂ ਤੇ ਪਾ ਕੇ ਤੇ ਦੋਹਾਂ ਪਾਸੇ ਜਿਵੇਂ ਗੰਢਾ ਵੱਜ ਜਾਣ, ਉਹ ਦੋ ਪਾਸਿਓਂ ਭਰ ਕੇ ਤੇ ਵਹਿੰਗੀ ਇੱਕ ਪੂਰੀ ਮਠਿਆਈ ਦੇ ਨਾਲ ਭਰ ਦਿੱਤੀ ਹੈ। ਸੰਗ ਕਰੋ ਕਹਾਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਹਾਰ ਨੂੰ ਚੁਕਾ ਦਿੱਤੀ ਹੈ। ਇੱਕ ਵਹਿੰਗੀ ਇੱਕ ਸਿੱਖ ਨੂੰ ਚਿੱਠੀ ਦਿੱਤੀ ਤੇ ਇੱਕ ਕੁਹਾਰ ਨੂੰ ਵਹਿੰਗੀ ਚੁਕਾ ਦਿੱਤੀ। ਦੋ ਗੰਢਾਂ ਭਰ ਕੇ ਜਿਹੜੀਆਂ ਮਠਿਆਈ ਦੀਆਂ ਮਿੱਠੇ ਦੀਆਂ ਭੇਜੀਆਂ ਹਨ। ਗਮਨੇ ਲੈ ਕਰ ਪੰਥ ਕੋ। ਤੇ ਲਾ ਗਲ ਵਿੱਚ ਪਾ ਵਹਿੰਗੀ ਤੇ ਇੱਕ ਸਿੱਖ ਨਾਲ ਲੈ ਚਿੱਠੀ ਜਿਹੜੀ ਸੱਦਾ ਪੱਤਰ ਦੇਣ ਵਾਸਤੇ ਪ੍ਰਿਥੀ ਚੰਦ ਨੂੰ ਸਿੱਖ ਤੁਰਿਆ ਹੈ। ਗੇ ਸਲਿਤਾ ਪਾਰਾ। ਤੇ ਆ ਸਲਤਾ ਜਿਹੜੇ ਦਰਿਆ ਪੈਂਦੇ ਵਿੱਚ ਪਹਿਲਾਂ ਬਿਆਸ ਫਿਰ ਸਤਲੁਜ ਲੰਘਿਆ ਹੈ। ਉਲੰਘ ਵਿਪਾਸਾ ਸਤਰੁਦਵਾ। ਹਾਂ ਵਿਪਾਸਾ ਜਿਹੜੇ ਬਿਆਸ ਦਰਿਆ ਤੇ ਦੂਜਾ ਸਤਲੁਜ, ਦੋ ਦਰਿਆ ਪਾਰ ਕਰਕੇ ਕੋਠੇ ਕਹ ਆਏ। ਜਿੱਥੇ ਗੁਰੂ ਕਾ ਕੋਠਾ ਬਠਿੰਡੇ ਇਲਾਕੇ ਵਿੱਚ ਨਗਰ ਹੈ ਸੀ, ਸਿੱਖ ਇੱਥੇ ਪਹੁੰਚਿਆ ਹੈ। ਜਹ ਪ੍ਰਿਥੀਆ ਬੈਠਿਓ ਸੁਣਿਓ। ਸੁਣਿਆ ਸਿੱਖਾਂ ਨੇ ਪੁੱਛ ਪੜਤਾਲ ਕੀਤੀ ਵੀ ਪ੍ਰਿਥੀ ਚੰਦ ਕਿੱਥੇ ਹੈ। ਜਿੱਥੇ ਆਪਦੇ ਘਰ ਵਿੱਚ ਪ੍ਰਿਥੀ ਚੰਦ ਬੈਠਾ ਹੋਇਆ ਹੈ, ਤਿਸ ਨਿਕਟ ਸਿਧਾਏ। ਸਿੱਖੋ ਪ੍ਰਿਥੀ ਚੰਦ ਦੇ ਪਾਸ ਜਾ ਪਹੁੰਚੇ ਹਨ। ਅਗਰ ਮਿਠਾਈ ਕੋ ਧਰਿਓ। ਤੇ ਜਿਹੜੀ ਗੰਢ ਸੀਗੀ ਸ਼ਗਨ ਦੀ, ਜਿਹੜਾ ਸੱਦਾ ਭੇਜਿਆ ਮਹਾਰਾਜ ਨੇ, ਉਹ ਪ੍ਰਿਥੀ ਚੰਦ ਦੇ ਅੱਗੇ ਸਿੱਖਾਂ ਰੱਖ ਦਿੱਤੀ ਹੈ। ਪਾਤੀ ਕਰ ਦੀਨੀ। ਤੇ ਪੱਤਰੀ ਜਿਹੜੀ ਚਿੱਠੀ ਆ ਉਸੇ ਇਹਦੇ ਪ੍ਰਿਥੀ ਚੰਦ ਦੇ ਹੱਥ ਵਿੱਚ ਪਕੜਾ ਦਿੱਤੀ ਹੈ। ਗੁਰ ਦਿਸ਼ ਤੇ ਬੰਧਨ ਕਰੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਵੱਲੋਂ ਸਿੱਖਾਂ ਨੇ ਪ੍ਰਿਥੀ ਚੰਦ ਨੂੰ ਮੱਥਾ ਟੇਕਿਆ ਹੈ। ਬਹੁਤ ਧਰੀ ਅਧੀਨੀ। ਤੇ ਬੜੀ ਅਧੀਨਗੀ ਜੀ ਕਬੂਲ ਕੀਤੀ, ਭਾਵ ਨੀਵੇਂ ਹੋ ਕੇ ਸਿੱਖ ਪ੍ਰਿਥੀ ਚੰਦ ਕੋਲ ਆਏ ਹਨ। ਪਾਤੀ ਖੋਲੀ ਪਠੀ ਜਬ। ਇਧਰ ਸਾਧ ਸੰਗਤ ਜੀ ਪ੍ਰਿਥੀ ਚੰਦ ਨੇ ਚਿੱਠੀ ਮਹਾਰਾਜ ਦੇ ਪੁੱਤਰ ਦੇ ਵਿਆਹ ਦੀ ਆਈ ਹੋਈ ਜਦੋਂ ਪੜ੍ਹੀ ਹੈ। ਦੁਖ ਹਿਰਦਾ ਪਰੋਇਓ। ਤੇ ਹਿਰਦਾ ਜਿਹੜਾ ਪ੍ਰਿਥੀ ਚੰਦ ਦਾ ਦੁੱਖ ਨਾਲ ਪਰੋਇਆ ਗਿਆ, ਕਿਉਂਕਿ ਖੁਸ਼ ਨਹੀਂ ਨਾ ਇਹ ਤਾਂ ਜਿਹੜੇ ਹਰਗੋਬਿੰਦ ਸਾਹਿਬ ਨੂੰ ਜੰਮਦੇ ਨੂੰ ਮਾਰਨਾ ਚਾਹੁੰਦਾ। ਸਮਾਂ ਸਮਰੱਥ ਹੈ, ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਿਆਹ ਰੱਖਿਆ ਜਾ ਰਿਹਾ। ਪ੍ਰਿਥੀ ਚੰਦ ਜਿਹੜਾ ਹੈ ਚਿੱਠੀ ਪੜ੍ਹ ਕੇ ਹਰਗੋਬਿੰਦ ਸਾਹਿਬ ਦਾ ਵਿਆਹ ਜਾਣ ਕੇ ਸਣ ਕੱਪੜੀ ਸੜ ਵਲ ਕੇ ਕੋਲਾ ਹੋਇਆ, ਹਿਰਦਾ ਦੁੱਖ ਨਾਲ ਪਰੋਤਾ ਗਿਆ ਹੈ। ਚਿਤਵਤ ਸਭ ਬਿਦ ਭਇਓ ਵੱਡ। ਤੇ ਮਨ 'ਚ ਸੋਚਦਾ ਹੈ ਵੀ ਗੁਰੂ ਅਰਜਨ ਦੇਵ ਹੈ ਮੇਰੇ ਤੋਂ ਛੋਟਾ, ਸ਼ਰੀਕ ਸਾਰੇ ਪਾਸਿਓਂ ਦੇ ਨਾਲ ਵੱਧ ਰਿਹਾ ਹੈ। ਸੁਤ ਵਿਆਹ ਸੰਜੋਇਓ। ਵੀ ਮੈਂ ਤਾਂ ਆਪਦੇ ਪੁੱਤ ਦਾ ਵਿਆਹ ਨਹੀਂ ਅਜੇ ਕੀਤਾ, ਮਿਹਰਬਾਨ ਵੱਡਾ ਹੈ। ਤੇ ਇਹ ਗੁਰੂ ਅਰਜਨ ਦੇਵ ਆਪਦੇ ਪੁੱਤਰ ਦੇ ਦੋ ਥਾਈਂ ਰਿਸ਼ਤੇ ਕਰਕੇ ਹੁਣ ਵਿਆਹ ਵੀ ਕਰ ਰਹੇ ਹਨ। ਵਧਤ ਗਇਓ ਦਿਨ ਪ੍ਰਤ ਅਧਿਕ। ਤੇ ਮਨ 'ਚ ਸੋਚਦਾ ਪ੍ਰਿਥੀ ਚੰਦ ਵੀ ਮੇਰੇ ਸ਼ਰੀਕ ਹੈ ਮੇਥੋਂ ਛੋਟਾ, ਤੇ ਦਿਨ ਬਰ ਦਿਨ ਇਹਨਾਂ ਦਾ ਕਾਰੋਬਾਰ ਸਾਜੋ ਸਮਾਨ ਤੇ ਸ਼ਾਨੋ ਸ਼ੌਕਤ ਬਹੁਤ ਵੱਧ ਰਹੀ ਹੈ। ਨਹਿ ਚੱਲਿਓ ਉਪਾਊ। ਮੈਂ ਬੜੇ ਜ਼ੋਰ ਲਾਏ ਫਿਰ ਮੇਰਾ ਕੋਈ ਉਪਾਅ ਨਹੀਂ ਚੱਲਿਆ, ਮੇਰਾ ਕੋਈ ਜ਼ੋਰ ਨਾ ਚੱਲਿਆ। ਕਿਮ ਗਹਾਏ ਮਰਵਾਏ ਹਾਂ। ਤੇ ਸੋਚਦਾ ਵੀ ਹੁਣ ਕੀ ਕਰਾਂ ਮੈਂ, ਨਾਲੇ ਚਿੱਠੀ ਪੜ੍ਹੀ ਜਾਂਦਾ ਤੇ ਸੋਚਦਾ ਵੀ ਕਿਵੇਂ ਕਰਾਂ ਮੈਂ, ਕੀ ਤਰੀਕਾ ਵਰਤਾਂ, ਜਾਂ ਤਾਂ ਗੁਰੂ ਅਰਜਨ ਦੇਵ ਜੀ ਨੂੰ ਫੜਾ ਦਿਆਂ ਸਰਕਾਰ ਦੇ ਪਾਸ ਕਿਸੇ ਝੂਠ ਸੱਚ ਬੋਲ ਕੇ ਇਲਜ਼ਾਮ ਲਾ ਕੇ, ਜਾਂ ਡਾਕੂਆਂ ਲਟੇਰਿਆਂ ਨੂੰ ਮਾਇਆ ਦੇ ਕੇ ਮਰਵਾ ਦੇਵਾਂ। ਕੋ ਘਾਤ ਨ ਪਾਊ। ਪਰ ਮੈਨੂੰ ਕੋਈ ਮੌਕਾ ਨਹੀਂ ਮਿਲਦਾ, ਮੈਂ ਕਰਾਂ ਕੀ, ਆਪਦੇ ਆਪ ਨੂੰ ਬੇਵਸ ਜਾਣਦਾ ਹੈ। ਇਮ ਮਨ ਮਹਿ ਸੰਕਟ ਲਹਿਓ। ਤੋ ਸਾਧ ਸੰਗਤ ਜੀ ਚਿੱਠੀ ਪੜ੍ਹ ਕੇ ਪ੍ਰਿਥੀ ਚੰਦ ਮਨ ਕਰਕੇ ਬਹੁਤ ਦੁਖੀ ਹੋਇਆ ਹੈ। ਪਠ ਕੈ ਪੁਨ ਪਾਤੀ। ਤੇ ਚਿੱਠੀ ਪੜ੍ਹ ਕਰਕੇ ਨਾ ਸਾਰੀ ਚੰਗੀ ਤਰ੍ਹਾਂ ਨਾਲ ਉਤ ਸਭ ਸੁਨ ਕੈ ਅਨਜੁਕੋ। ਛੋਟੇ ਭਰਾ ਦੇ ਘਰੇ ਪੁੱਤਰ ਦਾ ਵਿਆਹ ਤੇ ਖੁਸ਼ੀ ਦਾ ਸਮਾਗਮ ਜਦੋਂ ਸੁਣਿਆ ਹੈ, ਜਨ ਫਾਟਤ ਛਾਤੀ। ਤੇ ਪ੍ਰਿਥੀ ਚੰਦ ਦੁਖੀ, ਕਵੀ ਜੀ ਕਹਿੰਦੇ ਜਿਵੇਂ ਛਾਤੀ ਕਲੇਜਾ ਪਾਟ ਗਿਆ ਹੋਵੇ। ਮੁਖ ਤੇ ਕਹਿ ਸਿੱਖ ਸਾਥ ਤਬ। ਤੇ ਬਹੁਤ ਗੁੱਸੇ ਦੇ ਨਾਲ ਆਏ ਹੋਏ ਸਿੱਖਾਂ ਨੂੰ ਪ੍ਰਿਥੀ ਚੰਦ ਬੋਲਣ ਪਿਆ ਹੈ। ਕੋ ਹਮਰੋ ਭਾਈ। ਕਹਿੰਦੇ ਕਿੰਦੀ ਚਿੱਠੀ ਲੈ ਕੇ ਆਇਓ। ਕਹਿੰਦੇ ਜੀ ਤੁਹਾਡੇ ਭਰਾ ਦੀ। ਪ੍ਰਿਥੀ ਚੰਦ ਕਹਿੰਦਾ ਕਿਹੜਾ ਭਰਾ, ਮੇਰਾ ਕੋਈ ਭਰਾ ਨਹੀਂ, ਮਰ ਗਿਆ ਮੇਰਾ ਭਰਾ,
ਕੋਈ ਨਹੀਂ ਮੇਰਾ ਰਿਸ਼ਤੇਦਾਰ ਲੱਗਦਾ ਹੈ। ਦੁਸ਼ਮਨ ਜਾਣਤ ਹਾਂ ਮਹਾ। ਹਾਂ, ਜਿਹਨੂੰ ਮੇਰਾ ਭਰਾ ਕਹਿੰਦੇ ਹੋ ਨਾ, ਜਿਹਦੇ ਪੁੱਤ ਦਾ ਇੱਥੇ ਸ਼ਗਨ ਲੈ ਕੇ ਆਏ ਹੋ, ਮੈਨੂੰ ਸੱਦਾ ਭੇਜਦੇ ਹੋ, ਗੰਢ ਲੈ ਕੇ ਆਏ ਹੋ, ਉਹ ਮੇਰਾ ਭਰਾ ਨਹੀਂ, ਉਹ ਮੇਰਾ ਮਹਾਨ ਦੁਸ਼ਮਣ ਜਾਣਨਾ ਕਰੋ, ਮੇਰਾ ਸਭ ਤੋਂ ਵੱਡਾ ਵੈਰੀ ਹੈ। ਤਿਹ ਸਾਂਝ ਨ ਕਾਈ। ਉਸ ਦੇ ਨਾਲ ਹੁਣ ਮੇਰੀ ਕੋਈ ਸਾਂਝ ਨਹੀਂ ਹੈ। ਘਰ ਦਰ ਮੇਰੋ ਲੂਟ ਕੈ। ਮੇਰਾ ਘਰ ਤੇ ਮੇਰਾ ਦਰ ਸਾਰਾ ਕੁਝ ਉਹ ਅਰਜੁਨ ਦੇਵ ਨੇ ਲੁੱਟ ਲਿਆ। ਹੋਇਆ ਸਾਰਾ ਕੁਛ ਸਾਧ ਸੰਗਤ ਜੀ ਦੀਆਂ ਕਰਤੂਤਾਂ ਕਰਕੇ। ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ, ਆਪਦਾ ਕੀਤਾ ਵੱਢਿਆ। ਪਰ ਹੁਣ ਵੇਖਿਆ ਜੇ ਮਹਾਰਾਜ ਨੂੰ ਕਿਵੇਂ ਇਲਜ਼ਾਮ ਦਿੰਦਾ। ਸਿੱਖਾਂ ਨੂੰ ਕਹਿੰਦਾ ਕੌਣ ਭਰਾ ਮੇਰਾ, ਭਰਾ ਨਹੀਂ ਦੁਸ਼ਮਣ ਜਾਣੋ, ਉਹ ਮੇਰਾ ਦੁਸ਼ਮਣ ਹੈ, ਉਹਨੇ ਮੇਰਾ ਘਰ ਪਰਿਵਾਰ ਸਾਰਾ ਕੁਝ ਲੁੱਟ ਲਿਆ ਹੈ। ਪੁਰ ਵਹਿਰ ਨਿਕਾਸਾ। ਤੇ ਮੈਨੂੰ ਇਲਜ਼ਾਮ ਲਾ ਕੇ ਪੁੱਤਰ ਨੂੰ ਜ਼ਹਿਰ ਦੇਣ ਦਾ, ਤੇ ਮੇਰੇ ਅੰਮ੍ਰਿਤਸਰ ਸ਼ਹਿਰ ਚੋਂ ਘਰ ਛਡਵਾ ਕੇ ਬਾਹਰ ਕਢਵਾ ਦਿੱਤਾ ਸੀ। ਤੋਹਮਤ ਲਾਏ ਤੂਫਾਨ ਕੀ। ਬੜੀਆਂ ਵੱਡੀਆਂ ਵੱਡੀਆਂ ਭਾਰੀ ਮੇਰੇ ਤੇ ਤੌਹਮਤਾਂ ਲਾਈਆਂ। ਆਖੇ ਪ੍ਰਿਥੀ ਚੰਦ ਨੇ ਸੱਪ ਛਡਵਾਇਆ ਸਪੇਰੇ ਤੋਂ। ਪ੍ਰਿਥੀ ਚੰਦ ਨੇ ਆਖੇ ਇੱਕ ਦਾਈ ਨੂੰ ਜ਼ਹਿਰ ਦੇ ਕੇ ਭੇਜਿਆ ਹਰਗੋਬਿੰਦ ਸਾਹਿਬ ਨੂੰ ਦੁੱਧ ਪਿਆਉਣ, ਤੇ ਬਾਹਮਣ ਦੇ ਦਹੀਂ 'ਚ ਜ਼ਹਿਰ ਵੀ ਪ੍ਰਿਥੀ ਚੰਦ ਨੇ ਮਿਲਾਇਆ। ਇਸ ਤਰ੍ਹਾਂ ਦੇ ਮੇਰੇ ਤੇ ਬੜੇ ਵੱਡੇ ਇਲਜ਼ਾਮ ਲਾਏ। ਉਹ ਹੈ ਮਹਾਰਾਜ ਨੇ ਤਾਂ ਕਿਹਾ ਹੀ ਕੁਛ ਨਹੀਂ ਸੀ, ਸਾਰਾ ਕੁਝ ਆਪੇ ਹੀ ਅੱਗੇ ਆਈ ਗਿਆ। ਤੇ ਨਾ ਹੀ ਪਾਤਸ਼ਾਹ ਨੇ ਇਲਜ਼ਾਮ ਲਾਇਆ, ਕਿਉਂਕਿ ਹੈ ਹੀ ਸਾਰਾ ਕੁਝ ਸੱਚ ਸੀ, ਕੀਤਾ ਇਹਨੇ ਹੀ ਹੈ, ਪਰ ਮੰਨਦਾ ਨਹੀਂ ਨਾ ਅਜੇ ਵੀ। ਕਹਿੰਦਾ ਮੇਰੇ ਤੇ ਬੜੇ ਵੱਡੇ ਵੱਡੇ ਇਲਜ਼ਾਮ ਲਾਏ ਹੋਏ ਹਨ। ਸਭ ਵਿਖੈ ਪ੍ਰਕਾਸ਼ਾ। ਤੇ ਤੁਹਾਨੂੰ ਸ਼ਰਮ ਨਹੀਂ ਆਈ ਮੈਨੂੰ ਗੰਢ ਦੇਣ ਲੱਗਿਆਂ ਨੂੰ? ਇਹ ਗੱਲ ਸਾਰੇ ਸੰਸਾਰ ਵਿੱਚ ਭਲੀ ਪ੍ਰਕਾਰ ਪਤਾ ਹੈ ਵੀ ਗੁਰੂ ਅਰਜਨ ਦੇਵ ਨੇ ਮੇਰੇ ਨਾਲ ਕੀ ਕੁਝ ਕੀਤਾ ਹੈ। ਮਹਾ ਕਠੋਰ ਨਿਲਾਜ ਹੈ। ਉਹਨੂੰ ਕੋਈ ਸ਼ਰਮ ਨਹੀਂ। ਗੁਰੂ ਅਰਜਨ ਦੇਵ ਨੂੰ ਬੜਾ ਨਿਲੱਜ ਹੈ। ਮੇਰਾ ਭਰਾਤਾ ਮੇਰਾ ਵੈਰੀ, ਤੇ ਮਨ ਦਾ ਬੜਾ ਕਠੋਰ ਹੈ। ਘਟ ਕਪਟ ਵਿਸਾਲਾ। ਤੇ ਬੜਾ ਹਿਰਦੇ ਦਾ ਕਪਟੀ ਹੈ, ਬੜੇ ਧੋਖੇ ਕਰਨੇ ਜਾਣਦਾ ਹੈ। ਮੁਖ ਤੇ ਮੀਠਾ ਉਜਲਾ। ਹਾਂ, ਮੂੰਹੋਂ ਬੜੇ ਮਿੱਠਾ ਬਣ ਕੇ ਰਹਿੰਦਾ ਮੇਰੇ ਨਾਲ, ਬੜਾ ਚਿੱਟਾ ਬਣਦਾ ਹੈ, ਬਹੁਤ ਸੱਚਾ ਸੁੱਚਾ ਬਣਦਾ ਹੈ। ਅੰਤਰ ਤੇ ਕਾਲਾ। ਪਰ ਉਹ ਵੈਰੀ ਮੇਰਾ ਅਰਜੁਨ ਦੇਵ ਹਿਰਦੇ ਦਾ ਬੜਾ ਕਾਲਾ ਹੈ ਆਪ। ਸਾਧ ਸੰਗਤ ਜੀ, ਤੋ ਉਹ ਸ਼ੀਸ਼ਾ ਹੈ ਨਾ, ਜਿਹੋ ਜਿਹਾ ਵੇਖੀਏ ਮੂੰਹ ਆਪ ਦਾ ਵੈਸਾ ਹੀ ਦਿਸਣਾ ਹੈ ਨਾ। ਜੋ ਮਨ ਦੇਖੈ ਪਰ ਮਨ ਤੈਸਾ, ਜੈਸੀ ਮਨਸਾ ਤੈਸੀ ਦਸ਼ਾ, ਆਪਨੋ ਚਿਤ ਦੁਰਾਸ਼ ਭਇਓ ਪਰ ਅਵਗੁਣ ਦਰਸੰਤ, ਤੋ ਦ੍ਰਿਗ ਦੋਸ਼ ਕੇ ਪ੍ਰਗਟ ਜਿਉ ਬਬ ਬਿਬ ਸਸ ਗਗਨ ਲਹੰਤ। ਕਹਿੰਦੇ ਜੇ ਅੱਖਾਂ ਦਾ ਦੋਸ਼ ਪੈ ਜਾਵੇ, ਅੱਖ ਵਿੱਚ ਕੋਈ ਰੜਕ ਪੈ ਜਾਵੇ, ਤੇ ਅਸਮਾਨ ਵਿੱਚ ਚੰਦਰਮਾ ਦੋ ਦੀਦੇ ਹੈ। ਚੰਦਰਮਾ ਦਾ ਦੋਸ਼ ਕੋਈ ਨਹੀਂ, ਚੰਦਰਮਾ ਤਾਂ ਇੱਕ ਹੀ ਹੈ, ਆਪਣੀਆਂ ਅੱਖਾਂ ਵਿੱਚ ਕੋਈ ਨੁਕਸ ਹੈ। ਤੋ ਜਦੋਂ ਚਿੱਤ ਆਪਦਾ ਖੋਟਾ ਹੁੰਦਾ ਹੈ, ਤੇ ਫਿਰ ਸਾਰੇ ਹੀ ਜਿਹੜੇ ਵੈ ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਸੁਖੀਏ ਨੂੰ ਸਾਰੇ ਸੁਖੀਏ ਲੱਗਦੇ ਹੈ, ਰੋਗੀ ਦੇ ਵਾਸਤੇ ਸਾਧ ਸੰਗਤ ਜੀ ਸਾਰੇ ਰੋਗੀ ਹਨ। ਤੇ ਪ੍ਰਿਥੀ ਚੰਦ ਆਪ ਜੈਸਾ ਹੈ, ਮਹਾਰਾਜ ਵੀ ਇਹਨੂੰ ਵੈਸੇ ਲੱਗਦੇ ਹੈ। ਕਹਿੰਦੇ ਮੂੰਹੋਂ ਮਿੱਠੇ ਅਰਜੁਨ ਦੇਵ, ਅੰਦਰ ਦੇ ਬੜੇ ਕਾਲੇ ਹਨ, ਕੋਟੇ ਕੋੜੇ ਹਨ। ਪਾਏ ਪਿਤਾ ਕੀ ਵਸਤ ਕੋ। ਧੋਖੇ ਨਾਲ ਮੇਰੇ ਪਿਤਾ ਗੁਰੂ ਰਾਮਦਾਸ ਜੀ ਦੀ ਗੁਰਤਾ ਗੱਦੀ ਲੈ ਕਰ ਵੱਡ ਮਾਲਿਕ ਹੋਵਾ। ਤੇ ਹੁਣ ਵੱਡਾ ਮਾਲਕ ਬਣ ਬੈਠਾ, ਕਬਜ਼ਾ ਕਰ ਬੈਠਾ ਹੈ। ਤਿਸ ਕੋ ਫਲ ਪਾਇਓ ਨਹੀਂ। ਤੇ ਅਜੇ ਮੇਰਾ ਵੈਰ ਰਹਿੰਦਾ ਹੈ, ਕਹਿੰਦਾ ਅਰਜੁਨ ਦੇਵ ਦੇ ਨਾਲ। ਸਿੱਖੋ ਮੇਰਾ ਵੈਰ ਰਹਿੰਦਾ ਹੈ। ਜਿਹੜਾ ਧੋਖੇਦਾਰ ਨੇ ਗੁਰਤਾ ਗੱਦੀ ਲਈ ਹੈ ਨਾ, ਉਹਦਾ ਬਦਲਾ ਮੈਂ ਅਜੇ ਲੈਣਾ ਹੈ। ਮੇਰੇ ਨਾਲ ਕੀਤੇ ਹੋਏ ਧੋਖੇ ਦਾ ਅਜੇ ਮੈਂ ਫਲ ਭੁਗਤਾਉਣਾ, ਅਜੇ ਫਲ ਨਹੀਂ ਮਿਲਿਆ ਹੈ। ਸੰਕਟ ਨਹਿ ਜੋਵਾ। ਅਜੇ ਤਾਂ ਅਰਜੁਨ ਦੇਵ ਨੇ ਕੋਈ ਦੁੱਖ ਨਹੀਂ ਵੇਖਿਆ। ਮੈਂ ਵਾਅਦਾ ਕੀਤਾ ਸੀ ਅੰਮ੍ਰਿਤਸਰੋਂ ਨਿਕਲਣ ਲੱਗਿਆ ਅਰਜੁਨ ਦੇਵ ਨਾਲ ਵੀ ਹੁਣ ਤੈਨੂੰ ਤੇਰੇ ਪਰਿਵਾਰ ਪੁੱਤਰ ਦੇ ਸਮੇਤ ਮੈਂ ਕੈਦ ਕਰਵਾਉਣੀ ਹੈ, ਜਿਉਂਦਾ ਨਹੀਂ ਛੱਡਾਂਗਾ। ਉਹ ਵਾਅਦਾ ਜਿਹੜਾ ਨਾ ਅਜੇ ਮੈਂ ਪੂਰਾ ਕਰਨਾ ਹੈ। ਮੇਲ ਹਮਾਰੋ ਰਹਿ ਚੁੱਕਿਓ। ਤੇ ਮੇਲ ਹੁਣ ਸਾਡਾ ਰਹਿ ਗਿਆ, ਕੋਈ ਸਾਡਾ ਰਿਸ਼ਤਾ ਨਹੀਂ, ਟੁੱਟ ਗਏ ਹਾਂ ਬੜੇ ਸਮੇਂ ਦੇ। ਨਹਿ ਬਦਨ ਮਿਲਾ ਹੈ। ਤੇ ਮੈਂ ਵਿਆਹ ਤੇ ਕੀ ਆਉਣਾ, ਮੈਂ ਤਾਂ ਉਸ ਵੈਰੀ ਭਰਾ ਦੇ ਮੱਥੇ ਨਹੀਂ ਲੱਗਣਾ ਹੈ, ਉਹਦਾ ਮੂੰਹ ਵੇਖਣ ਦੀ ਇੱਛਾ ਨਹੀਂ ਹੈ। ਸ਼ਾਹੋ ਪਾਸ ਗਹਿਵਾਏ ਕਰ। ਪਰ ਕੋਈ ਨਹੀਂ, ਤੁਸੀਂ ਚਿੰਤਾ ਨਾ ਕਰੋ, ਮੈਂ ਗੁਰੂ ਅਰਜਨ ਦੇਵ ਦੇ ਮੱਥੇ ਹੁਣ ਨਹੀਂ ਲੱਗਣਾ, ਪਰ ਮੈਂ ਜ਼ਿੰਦਗੀ 'ਚ ਸਹੁੰ ਖਾਧੀ ਮੈਂ ਗੁਰੂ ਅਰਜਨ ਦੇਵ ਦੇ ਮੱਥੇ ਇੱਕ ਨਹੀਂ ਲੱਗਣਾ ਹੈ। ਲੱਗਣਾ ਕਦੋਂ ਹੈ? ਜਦੋਂ ਮੈਂ ਉਸ ਨੂੰ
ਬਾਦਸ਼ਾਹ ਜਹਾਂਗੀਰ ਦੀ ਜੇਲ੍ਹ ਵਿੱਚ ਸੁਟਵਾ ਦੇਵਾਂਗਾ। ਅਵੇ ਲੋਕ ਸੁਲਹਿ ਹੈ। ਉਦੋਂ ਵੇਖਾਂਗਾ ਮੈਂ, ਇੱਕਰੀ ਮੱਥੇ ਲੱਗਣਾ ਜੀਵਨ ਵਿੱਚ, ਲੱਗਣਾ ਉਦੋਂ ਜਦੋਂ ਮੈਂ ਜੇਲ੍ਹ ਕਰਵਾ ਦਿੱਤੀ, ਸ਼ਹੀਦ ਕਰਵਾ ਦੇਵਾਂਗਾ। ਔਰ ਗੁਰੂਰ ਗੁਰਤਾਲ ਹੈ। ਉਦੋਂ ਅਰਜੁਨ ਦੇਵ ਦੇ ਮਨ ਚੋਂ ਹੰਕਾਰ ਨਿਕਲੇਗਾ ਗੁਰਤਾ ਗੱਦੀ ਦਾ। ਨਹਿ ਜਾਣੈ ਆਨਾ। ਹਾਂ, ਹੁਣ ਨਹੀਂ ਕਿਸੇ ਦੀ ਆਣ ਜਾਣਦਾ, ਹੁਣ ਆਪਦੇ ਆਪ ਨੂੰ ਵੱਡਾ ਕਹਾਉਂਦਾ ਹੈ। ਸ਼ਾਹੋ ਦੀਵਾਨ ਮਹਾਨ ਸੋ। ਬਾਕੀ ਹੁਣ ਪ੍ਰਿਥੀ ਚੰਦ ਸਾਧ ਸੰਗਤ ਜੀ ਨੂੰ ਪਤਾ ਲੱਗ ਗਿਆ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਚੰਦੂ ਦੀ ਧੀ ਦਾ ਰਿਸ਼ਤਾ ਛੱਡਿਆ। ਫਿਰ ਉਹ ਬੁਝਾਰਤ ਪਾ ਕੇ ਕਹਿੰਦਾ ਮੈਨੂੰ ਪਤਾ ਜਿਹੜਾ ਸ਼ਾਹੋ ਹੈ ਉਹ ਦਿੱਲੀ ਦਾ ਬਾਦਸ਼ਾਹ ਜਹਾਂਗੀਰ, ਉਹਦਾ ਦੀਵਾਨ ਚੰਦੂ ਬੜੇ ਬਲ ਵਾਲਾ ਹੈ, ਬੜੇ ਤਾਕਤ ਰੱਖਣ ਵਾਲਾ ਹੈ। ਜਿਨ ਬਾਦ ਉਠਾਨਾ। ਤੇ ਤੁਹਾਡੇ ਗੁਰੂ ਅਰਜਨ ਦੇਵ ਨੇ ਚੰਦੂ ਨਾਲ ਵੀ ਨਵਾਂ ਵੈਰ ਪਾ ਲਿਆ ਹੈ। ਕਹਾਂ ਅਲਪ ਹਮ ਕਹਾਂ ਸੋ। ਕਿੱਥੇ ਅਸੀਂ ਨੀਵੇਂ ਤੇ ਕਿੱਥੇ ਚੰਦੂ ਜਿਹੜਾ ਐਡਾ ਮਹਾਨ ਬਾਦਸ਼ਾਹ ਦਾ ਵਜ਼ੀਰ ਹੈ। ਜਹ ਬੈਰ ਲਗਾਇਓ। ਜਿੱਥੇ ਤੁਹਾਡੇ ਗੁਰੂ ਨੇ ਵੈਰ ਲਾਇਆ ਹੈ, ਇਹਨੂੰ ਅੰਦਾਜ਼ਾ ਨਹੀਂ ਵੀ ਚੰਦੂ ਕੀ ਬਲਾ ਦਾ ਨਾਮ ਹੈ। ਨਿਜ ਜੀਵਨ ਨਹਿ ਚਾਹਤੋ। ਲੱਗਦੇ ਤੁਹਾਡੇ ਗੁਰੂ ਅਰਜਨ ਦੇਵ ਜੀ ਹੁਣ ਜਿਉਣਾ ਨਹੀਂ ਚਾਹੁੰਦੇ ਆ, ਜ਼ਿੰਦਗੀ ਤੋਂ ਤੰਗ ਆ ਗਏ, ਮੌਤ ਪਸੰਦ ਕਰਦੇ ਹਨ, ਜਿਹੜਾ ਚੰਦੂ ਨਾਲ ਵੈਰ ਪਾ ਲਿਆ ਹੈ। ਦਿਲ ਕੋ ਤੋ ਬੰਧਾਇਓ। ਤੇ ਇਹ ਨਹੀਂ ਜਾਣਦੇ ਵੀ ਬੜਾ ਦਿਲ ਵਧਾਇਆ ਤੁਹਾਡੇ ਗੁਰੂ ਨੇ। ਇਹ ਕਹਿੰਦਾ ਪ੍ਰਿਥੀ ਚੰਦ ਤਾਨਾ ਮਾਰ ਕੇ ਵੀ ਤੁਹਾਡੇ ਗੁਰੂ ਅਰਜਨ ਦੇਵ ਨੇ ਬੜਾ ਦਿਲ ਵਧਾਇਆ। ਸੁਣਿਆ ਪ੍ਰਿਥੀ ਆਪਣਾ ਚੰਦੂ ਦੀ ਧੀ ਦਾ ਰਿਸ਼ਤਾ ਵੀ ਮੋੜ ਦਿੱਤਾ। ਬੜੇ ਹੰਕਾਰੇ ਹੋਏ ਆ ਤੁਹਾਡੇ ਗੁਰੂ, ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਮੈਂ ਜਾਵਾਂ ਜਬ ਵਿਆਹ ਮੈਂ। ਤੇ ਹੁਣ ਮੈਂ ਕੀ ਲੈਣ ਜਾਣਾ ਵਿਆਹ ਵਿੱਚ ਹਰਗੋਬਿੰਦ ਸਾਹਿਬ ਦੇ, ਜੇ ਮੈਂ ਇਹਨਾਂ ਦੇ ਘਰ ਵਿੱਚ ਵਿਆਹ ਵਿੱਚ ਚਲਾ ਜਾਵਾਂਗਾ। ਚੰਦੂ ਸੁਣ ਲੈ ਹੈ। ਤੇ ਚੰਦੂ ਨਾਲ ਮੇਰੀ ਬਣਦੀ ਹੈ, ਤੇ ਜੇ ਚੰਦੂ ਨੇ ਸੁਣ ਲਿਆ ਵੀ ਪ੍ਰਿਥੀ ਚੰਦ ਵੀ ਉਹਨਾਂ ਦੇ ਵਿਆਹ ਗਿਆ ਹੈ, ਕਰਹਿ ਬੈਰ ਮੋਸੋਂ ਤਬਹਿ। ਤੇ ਮੇਰੇ ਨਾਲ ਵੀ ਐਵੇਂ ਵੈਰ ਪਾ ਲਵੇਗਾ। ਮੈਨੂੰ ਕੀ ਲੋੜ ਆ ਗੁਰੂ ਅਰਜਨ ਦੇਵ ਦੇ ਵੈਰ ਵਿੱਚ ਮੈਂ ਪੈਰ ਪਾਉਂਦਾ ਫਿਰਾਂ। ਜੇ ਚੰਦੂ ਨੂੰ ਪਤਾ ਲੱਗਿਆ ਵੀ ਪ੍ਰਿਥੀ ਚੰਦ ਵੀ ਆਇਆ ਤੇ ਮੈਂ ਤਾਂ ਦਿੱਲੀ ਆਉਣਾ ਜਾਣਾ ਸਰਕਾਰੀ ਦਰਬਾਰੇ, ਚੰਦੂ ਮੇਰੇ ਨਾਲ ਵੈਰ ਪਾ ਲਵੇਗਾ। ਸਭ ਕਿਛ ਬਿਗੜੈ ਹੈ। ਤੇ ਸਾਰਾ ਕੁਝ ਮੇਰਾ ਵਿਗੜ ਜਾਣਾ। ਮੈਨੂੰ ਕੀ ਲੋੜ ਆ ਮੈਂ ਅਰਜੁਨ ਦੇਵ ਆਪਦੇ ਵੈਰੀ ਪਿੱਛੇ ਆਂਦੂ ਦੇ ਨਾਲ ਸਰਕਾਰ ਦੇ ਨਾਲ ਵਿਗਾੜ ਪਾਵਾਂ। ਜਾਂ ਤੇ ਮੈਂ ਕਿਮ ਜਾਏ ਹਾਂ। ਇਸ ਕਰਕੇ ਕਿਸੇ ਤਰ੍ਹਾਂ ਦੇ ਨਾਲ ਵੀ ਮੈਂ ਉਹਨਾਂ ਦੇ ਘਰ ਨਹੀਂ ਜਾਵਾਂਗਾ। ਪੁਨ ਦੁਸ਼ਮਨ ਮੇਰਾ। ਕਿਉਂਕਿ ਮੇਰੇ ਦੁਸ਼ਮਣ ਹੈ ਗੁਰੂ ਅਰਜਨ ਦੇਵ ਜੀ। ਨਹਿ ਭਰਾਤਾ ਮਨ ਜਾਣ ਤੋ। ਤੇ ਜਾਣ ਲਓ ਵੀ ਮੇਰੇ ਭਰਾ ਦੇ ਘਰੋਂ ਕੋਈ ਸਾਇਆ ਨਹੀਂ ਆਇਆ, ਚਿੱਠੀ ਨਹੀਂ ਆਈ। ਮੈਂ ਨਹੀਂ ਜਾਣਦਾ ਕਿਸੇ ਨੂੰ, ਕੋਈ ਮੇਰਾ ਭਰਾ ਨਹੀਂ, ਉਹ ਮੇਰਾ ਦੁਸ਼ਮਣ ਜਾਣਨਾ ਕਰੋ। ਛਲ ਕਰਤ ਵਡੇਰਾ। ਮੇਰੇ ਨਾਲ ਬੜੇ ਧੋਖੇ ਕਰਕੇ ਗੁਰਤਾ ਖੋਹ ਲਈ, ਮੈਨੂੰ ਅੰਮ੍ਰਿਤਸਰ ਸਾਹਿਬ ਵਿੱਚੋਂ ਕੱਢ ਦਿੱਤਾ ਸੀ। ਲੈ ਜਾਵੋ ਮਿਸ਼ਟਾਨ ਕੋ। ਤੇ ਜਿਹੜੀਆਂ ਉਹ ਗੰਢਾਂ ਦੀਆਂ ਮਠਿਆਈ ਦੀਆਂ ਰੱਖੀਆਂ, ਸਾਧ ਸੰਗਤ ਜੀ ਲੱਤ ਮਾਰ ਕੇ ਕਹਿੰਦਾ ਲੈ ਜਾਓ ਆਪਦੇ ਗੁਰੂ ਘਰੋਂ ਭੇਜਿਆ ਹੋਇਆ ਸ਼ਗਨ ਗੰਢਾਂ ਸਭ ਇੱਥੋਂ ਚੁੱਕ ਕੇ ਦੌੜ ਜਾਓ। ਮੈਂ ਨਾਹੇ ਨਾ ਜਾਵਾਂ। ਮੈਂ ਨਹੀਂ ਉਹਦੇ ਘਰ ਵਿੱਚ ਵੜਨਾ। ਆ ਮਠਿਆਈ ਆਪਦੀ ਚਿੱਠੀ ਪੱਤਰ ਜੀ ਵੀ ਪਕੜੋ ਤੇ ਮਠਿਆਈ ਜੀ ਵੀ ਇੱਥੋਂ ਚੁੱਕ ਕੇ ਨਿਕਲ ਜਾਵੋ। ਜੀਵਤ ਮਿਲਾ ਨ ਪ੍ਰੀਤ ਕਰ। ਤੇ ਆਖਦੇ ਆ ਜੇ ਗੁਰੂ ਅਰਜਨ ਦੇਵ ਨੂੰ ਵੀ ਪ੍ਰਿਥੀ ਚੰਦ ਕਹਿੰਦਾ ਜਿੰਨਾ ਚਿਰ ਪ੍ਰਿਥੀਆ ਜਿਉਂਦਾ ਹੈ ਤੇ ਜਿਉਂਦੇ ਜੀ ਨਹੀਂ ਕਦੇ ਵੀ ਤੁਹਾਨੂੰ ਹੱਸ ਕੇ ਮਿਲੇਗਾ। ਛਾਤੀ ਤਪਤਾਵਾਂ। ਮੇਰੀ ਛਾਤੀ ਸੜਦੀ ਆ ਉਹਨਾਂ ਨੂੰ ਵੇਖ ਵੇਖ ਕੇ। ਉਠਾ ਜਾਹੋ ਮਮ ਪਾਸ ਤੇ। ਜਾਓ ਹੁਣ ਦੌੜ ਜਾਓ, ਉੱਠੋ ਤੇ ਪੱਤਰੇ ਵਾਚ ਜਾਓ, ਆਪਦੇ ਗੁਰੂ ਕੋਲ ਜਾਓ, ਆ ਗੰਢਾਂ ਦੀਆਂ ਮਠਿਆਈ ਦੀਆਂ ਵੀ ਚੁੱਕ ਕੇ ਲੈ ਜਾਵੋ। ਨਹਿ ਬਿਲਮਲ ਗੀਜੈ। ਦੇਰੀ ਨਾ ਲਾਓ ਤੇ ਮੇਰੇ ਘਰ ਤੋਂ ਬਾਹਰ ਹੋ ਜਾਓ ਸਾਰੇ। ਅਨੇਕ ਜਤਨ ਤੇ ਨਹਿ ਮਿਲਾ। ਜਿੰਨੇ ਮਰਜ਼ੀ ਕੋਈ ਯਤਨ ਕਰ ਲਵੇ, ਹੁਣ ਨਹੀਂ ਮੈਂ ਕਦੇ ਮੇਲ ਕਰਾਂਗਾ, ਨਹੀਂ ਮੈਂ ਉਹਨਾਂ ਦੇ ਘਰ ਵਿੱਚ ਵੜਾਂਗਾ। ਅਬ ਜਾਏ ਕਹੀਜੈ। ਤੇ ਜੋ ਮੈਂ ਆਖਿਆ ਜਾ ਕੇ ਆਪਦੇ ਗੁਰੂ ਨੂੰ ਚੰਗੀ ਤਰ੍ਹਾਂ ਸੁਣਾ ਦੇਣਾ। ਇਤਿਆਦਿਕ ਕਹਿ ਕ੍ਰੋਧ ਸੋ। ਇਸ ਤਰ੍ਹਾਂ ਦੇ ਬੜੇ ਸਾਧ ਸੰਗੀ ਭੈੜੇ ਮਾੜੇ ਗਾਲੀ ਗਲੋਚ ਵੀ ਕੀਤਾ ਹੈ ਕ੍ਰੋਧ ਗੁੱਸੇ ਦੇ ਨਾਲ ਪ੍ਰਿਥੀਏ ਨੇ। ਸਿੱਖ ਦਿਓ ਉਠਾਈ। ਤੇ ਗਾਲਾਂ ਦੀਆਂ ਕੱਢ ਕੇ ਸਿੱਖਾਂ ਨੂੰ ਘਰ ਚੋਂ ਉਠਾ ਦਿੱਤਾ ਹੈ। ਉਹ ਗੰਢਾਂ ਦੀਆਂ ਮਠਿਆਈ ਦੀਆਂ ਵੀ ਚੁਕਾ ਦਿੱਤੀਆਂ ਹਨ। ਕਾਬਰ ਸਭ ਮਿਸ਼ਟਾਨ ਕੀ। ਤੇ ਜਿਹੜੀ ਉਹ ਮਿਸ਼ਟਾਨ ਹੈ ਭਾਵ ਮਿੱਠਾ ਜਿੰਨਾ ਵੀ ਮਹਾਰਾਜ ਨੇ ਭੇਜਿਆ ਸੀ, ਹਟ ਕਰਪੁਰ ਆਈ। ਉਹ ਵਿਚਾਰਿਆਂ ਰੱਖਿਆ ਮੋਢੇ ਤੇ ਸਿੱਖ ਲੈ ਕੇ ਗੰਢਾਂ ਜਿਹੜੀਆਂ ਮਹਾਰਾਜ ਦੇ ਘਰੋਂ ਗਈਆਂ
ਤੇ ਵਾਪਸ ਫਿਰ ਅੰਮ੍ਰਿਤਸਰ ਪਹੁੰਚ ਗਏ ਹਨ। ਆਏ ਸਿੱਖ ਸਤਿਗੁਰੂ ਕੋ, ਤੇ ਸਤਿਗੁਰਾਂ ਨੂੰ ਮਿਲਣ ਵਾਸਤੇ ਜਦੋਂ ਸਿੱਖ ਮੁੜ ਕੇ ਆਏ ਹਨ, ਬੰਦਨ ਪਦ ਕੀਨੀ, ਸਤਿਗੁਰਾਂ ਦੇ ਚਰਨਾਂ ਤੇ ਸਿੱਖਾਂ ਨੇ ਮੱਥਾ ਟੇਕਿਆ ਹੈ। ਪ੍ਰਿਥੀਏ ਕੀ ਸਭ ਬਾਰਤਾ, ਤੇ ਜੋ ਜੋ ਇਹਨਾਂ ਨਾਲ ਪ੍ਰਿਥੀ ਨੇ ਕੀਤਾ ਤੇ ਕਿਹਾ ਹੈ, ਮਹਾਰਾਜ ਦੇ ਸਾਧ ਸੰਗ ਦੀ ਅੱਗੇ ਇਹਨਾਂ ਸਿੱਖਾਂ ਨੇ ਗੰਢਾਂ ਵੀ ਰੱਖ ਦਿੱਤੀਆਂ, ਪੱਤਰੀ ਵੀ ਫੜਾ ਦਿੱਤੀ ਜਿਹੜੀ ਚਿੱਠੀ ਭੇਜੀ ਪਾਤਸ਼ਾਹ ਨੇ, ਤੇ ਪ੍ਰਿਥੀ ਚੰਦ ਦੀਆਂ ਸਾਰੀਆਂ ਕੀਤੀਆਂ ਕਈਆਂ ਗੱਲਾਂ ਦੱਸ ਦਿੱਤੀਆਂ ਨੇ। ਥਿਤ ਹੋਏ ਕਹਿ ਦੀਨੀ, ਬੜੇ ਖੜ ਕਰਕੇ ਪ੍ਰੇਮ ਸਹਿਤ ਸਭ ਕੁਝ ਸੁਣਾ ਦਿੱਤਾ ਹੈ। ਕ੍ਰੋਧ ਵਿਸ਼ਾਲ ਕਰਾਲ ਤਿਸ, ਮਹਾਰਾਜ ਜਿਹੜਾ ਪ੍ਰਿਥੀ ਆ ਉਹਦੇ ਮਨ ਵਿੱਚ ਬੜਾ ਤੁਹਾਡੇ ਖਿਲਾਫ ਵੈਰ ਈਰਖਾ ਹੈ, ਔਰ ਬੈਰ ਤਰੰਤਾ, ਤੇ ਬੜਾ ਡਾਢਾ ਹੀ ਵੈਰ ਪ੍ਰਿਥੀ ਚੰਦ ਤੁਹਾਡੇ ਨਾਲ ਕਰਦਾ ਹੈ। ਬੜਾ ਗੁੱਸੇ ਵਿੱਚ ਲਾਲ ਲਾਖਾ ਹੋ ਗਿਆ ਤੁਹਾਡਾ ਨਾਮ ਸੁਣ ਕਰਕੇ। ਚਾਹਤ ਹੈ ਗਹਿਵਾਏ ਬੋ, ਮਹਾਰਾਜ ਉਹ ਤਾਂ ਤੁਸੀਂ ਉਹਨੂੰ ਵਿਆਹ ਤੇ ਸੱਦਣ ਨੂੰ ਫਿਰਦੇ ਹੋ ਤਾਂ ਤੁਹਾਨੂੰ ਸ਼ਹੀਦ ਕਰਵਾਉਣਾ ਮਰਵਾਉਣਾ ਚਾਹੁੰਦਾ ਹੈ ਪਾਤਸ਼ਾਹ ਜੀ। ਉਹ ਪ੍ਰਿਥੀਆ ਤਾਂ ਤੁਹਾਨੂੰ ਪਕੜਾਉਣਾ ਚਾਹੁੰਦਾ ਹੈ, ਜੇਲ੍ਹ ਕਰਵਾਉਣਾ ਚਾਹੁੰਦਾ ਹੈ। ਪ੍ਰਾਨਨ ਕੋ ਹੰਤਾ, ਤੇ ਜਾਂ ਕਹਿੰਦੇ ਮੈਂ ਛੱਡਣਾ ਨਹੀਂ, ਜਿਉਂਦਾ ਜਾਨੋਂ ਮਾਰ ਦੇਵਾਂਗਾ। ਸੁਣ ਸ਼੍ਰੀ ਅਰਜਨ ਜਾਨ ਕਰ, ਤੋ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸੁਣ ਕੇ ਬੜਾ ਦੁੱਖ ਲੱਗਿਆ, ਗਰੀਬ ਨਵਾਜ ਸੁਣ ਜਾਣ ਕਰਕੇ। ਤੂਛਣ ਹੀ ਠਾਨੀ, ਮਹਾਰਾਜ ਬੋਲੇ ਕੁਛ ਨਾ, ਕਿਉਂਕਿ ਸਾਧ ਸੰਗ ਜੀ ਫੇਰ ਵੱਡੇ ਭਾਈ ਹੈ, ਉਹਦੇ ਵੱਲੋਂ ਇਹੋ ਜਿਹੀਆਂ ਗੱਲਾਂ ਕੀਤੀਆਂ। ਮਹਾਰਾਜ ਤਾਂ ਜਾਣਦੇ ਸੀ ਵੀ ਇਹਨੇ ਕੀ ਕੁਝ ਕਰਨਾ ਆਉਣ ਵਾਲੇ ਸਮੇਂ ਵਿੱਚ, ਪਰ ਗਰੀਬ ਨਵਾਜ ਬੋਲੇ ਕੁਝ ਨਾ, ਚੁੱਪ ਕਰ ਗਏ ਹੈ। ਮਹਾਰਾਜ ਨੇ ਚੁੱਪੀ ਵੱਟ ਕੇ ਨੀਵੀਂ ਪਾ ਲਈ ਹੈ। ਬੁਰਾ ਭਲਾ ਕਿਛ ਨਹਿ ਕਹਿਓ, ਮਹਾਰਾਜ ਨੇ ਨਾ ਕੁਝ ਚੰਗਾ ਨਾ ਮਾੜਾ ਕੀਤਾ, ਪ੍ਰਿਥੀ ਚੰਦ ਨੂੰ ਕੁਝ ਨਹੀਂ ਬੋਲਿਆ ਹੈ। ਭਾਵੀ ਅਸਮਾਨੀ, ਤੋ ਮਹਾਰਾਜ ਜਾਣਦੇ ਵੀ ਪਤਾ ਹੀ ਹੈ ਪਾਤਸ਼ਾਹ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਹੀ ਹੋਣਾ ਹੈ। ਪ੍ਰਿਥੀ ਚੰਦ ਦੇ ਮੂੰਹ ਤੇ ਕਾਲਖ ਮਲੀ ਜਾਣੀ ਹੈ। ਮਹਾਦੇਵ ਕੋ ਫੇਰ ਤਬ, ਫਿਰ ਸਾਧ ਸੰਗਤ ਜੀ ਪਾਤਸ਼ਾਹ ਨੇ, ਧੰਨ ਗੁਰੂ ਅਰਜਨ ਦੇਵ ਗਰੀਬ ਨਵਾਜ ਜੀਆਂ ਨੇ ਬਾਬਾ ਜਿਹੜੇ ਮਹਾਦੇਵ ਜੀ ਵਿਚਕਾਰ ਲਏ ਹਨ, ਨਿਜ ਨਿਕਟ ਬੁਲਾਇਓ, ਉਹਨਾਂ ਦੇ ਘਰ ਸੱਦਾ ਭੇਜਿਆ ਤੇ ਪਾਤਸ਼ਾਹ ਨੇ ਆਪਦੇ ਕੋਲ ਬੁਲਾਇਆ ਹੈ। ਵੱਡੇ ਭਰਾਤ ਬਿਰਤੰਤ ਕੋ, ਤੇ ਸੱਦ ਕੇ ਪ੍ਰਿਥੀ ਚੰਦ ਦੀ ਸਾਰੀ ਕਰਤੂਤ ਦੱਸ ਦਿੱਤੀ ਵੀ ਵੇਖ ਮਹਾਦੇਵ ਭਰਾਤਾ, ਪ੍ਰਿਥੀ ਚੰਦ ਨੂੰ ਮੈਂ ਸੱਦਾ ਭੇਜਿਆ ਤੇ ਉਹਨੇ ਅਗਵਾਂ ਟੱਪੇ ਸੁਣਾਏ ਆ ਸਾਡੇ ਗਏ ਸਿੱਖਾਂ ਨੂੰ, ਸਾਰਾ ਕੁਝ ਦੱਸ ਦਿੱਤਾ ਹੈ। ਕਹਿ ਸਕਲ ਸੁਨਾਇਓ, ਜੋ ਜੋ ਵੀ ਸਿੱਖਾਂ ਨੇ ਦੱਸਿਆ ਪਾਤਸ਼ਾਹ ਨੇ ਸਾਰਾ ਬਾਬਾ ਮਹਾਦੇਵ ਜੀ ਨੂੰ ਦੱਸਿਆ ਵੀ ਫਿਰ ਤੁਸੀਂ ਸਾਡਾ ਦੋਸ਼ ਨਾ ਕੱਢਣਾ, ਅਸੀਂ ਸੱਦਾ ਭੇਜਿਆ ਹੈ ਪ੍ਰਿਥੀ ਚੰਦ ਨੂੰ, ਪਰ ਉਹਨੇ ਅਗਵਾਂ ਗੱਲਾਂ ਸੁਣਾਈਆਂ ਹਨ। ਤਿਹ ਸੋ ਮੇਲ ਨ ਬਨਤ ਹੈ, ਉਹ ਕਹਿੰਦਾ ਵੀ ਗੁਰੂ ਅਰਜਨ ਦੇਵ ਨਾਲ ਸਾਡਾ ਜਿਉਂਦੇ ਜੀ ਕਦੇ ਮੇਲ ਨਹੀਂ ਬਣ ਸਕਦਾ ਹੈ। ਟੂਟਿਓ ਨਹਿ ਥੋਰਾ, ਤੇ ਬਾਕੀ ਭਰਾਤਾ ਹੁਣ ਲੱਗਦਾ ਵੀ ਪ੍ਰਿਥੀ ਚੰਦ ਨਹੀਂ ਰਲੇਗਾ ਆਪਣੇ ਚ ਕਦੇ ਵੀ ਸਾਰੀ ਉਮਰ, ਉਹ ਕੋਈ ਥੋੜਾ ਨਹੀਂ ਟੁੱਟਿਆ, ਬੜਾ ਦੂਰ ਹੋ ਚੁੱਕਿਆ ਹੈ। ਜੋ ਚਾਹਤ ਹੈ ਰਿਸ ਧਰੇ, ਤੇ ਜਿਹੜਾ ਕੁਝ ਉਹ ਚਾਹੁੰਦਾ ਹੈ ਨਾ ਗੁੱਸੇ ਦੇ ਸਹਿਤ ਹੋ ਕਰਕੇ ਪ੍ਰਿਥੀ ਚੰਦ, ਹੱਥ ਪ੍ਰਾਨਨ ਮੋਰਾ, ਉਹ ਪ੍ਰਿਥੀ ਚੰਦ ਚਾਹੁੰਦਾ ਹੈ ਵੀ ਮੈਂ ਅਰਜਨ ਦੇਵ ਨੂੰ ਮਾਰ ਦਿਆਂ। ਹੇ ਮਹਾਦੇਵ ਭਰਾਤਾ, ਉਹ ਪ੍ਰਿਥੀ ਚੰਦ ਤਾਂ ਬੜਾ ਵੈਰੀ ਬਣ ਗਿਆ, ਸਾਡੀ ਜਾਨ ਦਾ ਵੈਰੀ ਬਣਿਆ ਬੈਠਾ ਹੈ, ਉਹ ਤਾਂ ਸਾਨੂੰ ਜਾਨੋਂ ਮਾਰਨ ਦੀ ਮਨ ਵਿੱਚ ਇੱਛਾ ਰੱਖਦਾ ਹੈ। ਪੁਸਤ ਨ ਲਾਓ ਕਿਮ ਮਿਲਹਿ ਨਹਿ, ਹੁਣ ਤੁਸੀਂ ਆਪ ਲਾਓ ਦੱਸੋ ਵੀ ਹੁਣ ਕਿਵੇਂ, ਤਾਂ ਜਿਹੜਾ ਵਕਫਾ ਸਾਡੇ ਭਰਾਵਾਂ ਦਾ ਪ੍ਰਿਥੀ ਚੰਦ ਨੇ ਪਾਲਿਆ ਵੀ ਕਈ ਪੁਸ਼ਤਾਂ ਕਈ ਪੀੜ੍ਹੀਆਂ ਤੱਕ ਵੀ ਹੁਣ ਪ੍ਰਿਥੀ ਚੰਦ ਦਾ ਪਰਿਵਾਰ ਇੱਧਰ ਨੂੰ ਮਿਲੇਗਾ ਨਹੀਂ, ਸਾਡੇ ਨਾਲ ਪ੍ਰੇਮ ਨਹੀਂ ਵਧਾਵੇਗਾ। ਐਸੀ ਤਿਨ ਕੀਨੀ, ਇਹੋ ਜਿਹਾ ਕਾਰਜ, ਇਹੋ ਜਿਹੀਆਂ ਗੱਲਾਂ ਤੇ ਇਹੋ ਜਿਹੀ ਤੇੜ ਜਿਹੜੀ ਨਾ ਦਰਾਰ ਪ੍ਰਿਥੀ ਚੰਦ ਨੇ ਪਾ ਲਈ ਹੈ। ਗਇਓ ਪੁਕਾਰੂ ਫਿਰ ਰਹਿਓ, ਤੇ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਪੁਕਾਰੂ ਹੋ ਕਰਕੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਫਿਰਦਾ ਰਿਹਾ ਹੈ। ਰਿਸਤ ਜੀ ਨ ਚੀਨੀ, ਇਹਨੇ ਅਜੇ ਤੱਕ ਵੀ ਜਾਣ ਕੇ ਅਸੀਂ ਜਾਣਦੇ ਹਾਂ ਵੀ ਅਜੇ ਵੀ ਗੁੱਸਾ ਨਹੀਂ ਛੱਡਿਆ, ਪਹਿਲਾਂ ਵੀ ਸਰਕਾਰੇ ਦਰਬਾਰੇ ਸਾਡੀਆਂ ਸ਼ਿਕਾਇਤਾਂ ਕਰਦਾ ਹੈ, ਬੜਾ ਜ਼ੋਰ ਪਾਇਆ ਤੇ ਅਗਾਂਹ ਵੀ ਕਰਦਾ ਰਹੇਗਾ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਮਹਾਦੇਵ ਨੇ ਸੁਨ ਭਨਿਓ, ਤੋ ਬਾਬਾ ਮਹਾਦੇਵ ਜੀ ਸਿਆਣੇ ਇਹਨਾਂ ਸੁਣ ਕੇ ਆਖਿਆ ਹੈ, ਕ੍ਰੋਧੀ ਸੋ ਮਾਨੀ, ਵੀ ਉਹ ਹੈ ਹੀ ਇਹੋ ਜਿਹਾ ਬਚਪਨ ਤੋਂ ਹੀ ਬੜਾ ਗੁੱਸੇ ਵਾਲਾ ਤੇ ਹੰਕਾਰੀ, ਬੜਾ ਹੰਕਾਰੀ ਵਕਾਰੀ ਹੈ। ਉਚਿਤ ਰੀਤ ਤੁਮ ਨੇ ਕਰੀ, ਬਾਕੀ ਚਲੋ ਤੁਹਾਡਾ ਕੀ ਦੋਸ਼ ਹੈ, ਤੁਸੀਂ ਛੋਟੇ ਭਰਾ ਸੀ, ਤੁਹਾਡਾ ਫਰਜ਼ ਬਣਦਾ ਸੀ ਵੱਡੇ ਨੂੰ ਘਰ ਵਿੱਚ ਸੱਦਣ ਦਾ ਵਿਆਹ ਤੇ ਪੁੱਤਰ ਦੇ,
ਤੁਸੀਂ ਆਪ ਦਾ ਫਰਜ਼ ਜਿਹੜਾ ਮਰਿਆਦਾ ਨਿਭਾ ਦਿੱਤੀ ਹੈ। ਅਨੁਚਿਤ ਨ ਮਾਨੀ। ਉਹ ਤਾਂ ਹੁਣ ਉਹਦੇ ਵਾਸਾ ਨਾ, ਉਹਨੇ ਨਹੀਂ ਮੰਨਿਆ ਤੁਹਾਡਾ ਸੱਦਾ, ਪਰ ਤੁਸੀਂ ਜੋ ਕੀਤਾ ਚੰਗਾ ਕੀਤਾ ਹੈ। ਤੁਸੀਂ ਆਪ ਦਾ ਛੋਟੇ ਹੋਣ ਦਾ, ਭਰਾ ਹੋਣ ਦਾ ਫਰਜ਼ ਨਿਭਾਇਆ ਹੈ। ਹੇਰ ਹੇਰ ਐਸਵਰਜ ਕੋ। ਵੀ ਗੱਲ ਇਹ ਆ ਵੀ ਪ੍ਰਿਥੀ ਚੰਦ ਤੁਹਾਡੀ ਐਸਵਰਜ ਨੂੰ ਵੇਖ ਵੇਖ ਕੇ, ਤੁਹਾਡੇ ਘਰ ਦੀ ਸ਼ਾਨੋ ਸ਼ੌਕਤ ਵੇਖ ਵੇਖ ਕੇ ਦੁਖ ਪਾਏ ਕਨੇਰੇ। ਦੁੱਖ ਪ੍ਰਾਪਤ ਕਰਦਾ, ਸਦਾ ਦੁਖੀ ਰਹਿੰਦਾ ਹੈ। ਸਮਤਾ ਚਾਹਤ ਕਿਮ ਤੇ ਲਹੇ। ਤੁਹਾਡੀ ਬਰਾਬਰੀ ਚਾਹੁੰਦਾ ਰਹਿੰਦਾ ਸਦਾ ਹੀ, ਪਰ ਕਿਵੇਂ ਤੁਹਾਡੀ ਬਰਾਬਰੀ ਕਰ ਸਕਦਾ ਹੈ। ਨਹਿ ਭਾਗ ਵਡੇਰੇ। ਤੁਹਾਡੇ ਵਰਗਾ ਭਾਗ ਨਹੀਂ ਨਾ ਲੈ ਕੇ ਆਇਆ। ਤੁਸੀਂ ਤਾਂ ਧੁਰੋਂ ਗੁਰੂ ਪ੍ਰਕਾਸ਼ਮਾਨ ਹੋਏ ਹੋ, ਤੇ ਪ੍ਰਿਥੀ ਚੰਦ ਆਪਦੇ ਆਪ ਨੂੰ ਗੁਰੂ ਕਹਾਉਂਦਾ ਬਣਦਾ ਹੈ, ਪਰ ਕਿਵੇਂ ਬਣੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਜੋ ਹੈ ਨਹੀਂ। ਸ਼੍ਰੀ ਅਰਜਨ ਜੀ ਪੁਨ ਭਨਿਓ। ਤੇ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬੋਲੇ ਹਨ, ਸਭ ਮੇਲ ਬੁਲਾਵੇ। ਠੀਕ ਆਣ ਪ੍ਰਿਥੀ ਚੰਦ ਨਹੀਂ ਆਇਆ ਤੇ ਭਰਾਤਾ ਫਿਰ ਆਪਾਂ ਦੂਜਾ ਮੇਲ ਤਾਂ ਸਦੀਏ, ਉਹਨਾਂ ਨੂੰ ਤਾਂ ਚਿੱਠੀਆਂ ਭੇਜ ਦਈਏ, ਪੱਤਰ ਭੇਜ ਦਈਏ। ਗੋਇੰਦਵਾਲ ਖਡੂਰ ਤੇ। ਗੋਇੰਦਵਾਲ ਸਾਹਿਬ ਆਪਣੇ ਨਾਨਕਿਆਂ ਨੂੰ ਸਦੀਏ ਆਪਾਂ, ਤੇ ਖਡੂਰ ਸਾਹਿਬ ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਦਾ ਪਰਿਵਾਰ ਹੈ, ਉਹਨਾਂ ਨੂੰ ਵੀ ਸੱਦਾ ਭੇਜਣਾ ਹੈ। ਸੁਣ ਕਰ ਚੱਲ ਆਵੇਂ। ਉਹਨਾਂ ਨੂੰ ਸੱਦਾ ਜਦੋਂ ਜਾਏਗਾ, ਬੜੀ ਖੁਸ਼ੀ ਨਾਲ ਚੱਲ ਕੇ, ਬੜੇ ਉਤਸ਼ਾਹ ਨਾਲ ਆਵਣਗੇ। ਕਾਵਰ ਭਰੇ ਕਹਾਰ ਗਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਹੜੇ ਵੈ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਸੱਦਾ ਭੇਜਣ ਵਾਸਤੇ ਉਵੇਂ ਹੀ ਵਹਿੰਗੀਆਂ ਜੜੀਆਂ ਮਠਿਆਈ ਨਾਲ ਭਰਵਾ ਦਿੱਤੀਆਂ ਹਨ। ਪਠਾਏ ਪਕਵਾਨਾ। ਬੜੇ ਮਿੱਠੇ ਪਕਵਾਨ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਭੇਜ ਦਿੱਤੇ। ਗੋਇੰਦਵਾਲ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਨਕੇ ਆ, ਤੇ ਖਡੂਰ ਸਾਹਿਬ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਮਹਾਰਾਜ ਦਾ ਪਰਿਵਾਰ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਰਹਿੰਦੇ ਹਨ। ਲਿਖੀ ਪੱਤਰਿਕਾ ਸਭਨ ਸੋ। ਬੜੇ ਪ੍ਰੇਮ ਦੇ ਨਾਲ ਦੋ ਚਿੱਠੀਆਂ ਇਹਨਾਂ ਨੂੰ, ਦੋ ਪਰਿਵਾਰਾਂ ਨੂੰ ਲਿਖੀਆਂ ਹਨ। ਕਰ ਪ੍ਰੇਮ ਮਹਾਨਾ। ਮਨ ਵਿੱਚ ਬੜਾ ਪ੍ਰੇਮ ਕੀਤਾ ਸਤਿਗੁਰਾਂ ਨੇ। ਸਰਬ ਸੰਗ ਪਰਿਵਾਰ ਲੈ। ਚਿੱਠੀ ਵਿੱਚ ਲਿਖਿਆ ਕਿ ਭਾਈ ਤੁਸੀਂ ਸਾਰਿਆਂ ਨੇ ਆਪੋ ਆਪਣੇ ਪਰਿਵਾਰ ਲੈ ਲੈ ਕਰਕੇ ਇਤ ਦਿਸ਼ ਕੋ ਆਵੋ। ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦੇ ਵਿਆਹ ਤੇ ਪਰਿਵਾਰਾਂ ਸਮੇਤ ਹਾਜ਼ਰੀ ਭਰਨੀ ਹੈ। ਹਰ ਗੋਬਿੰਦ ਵਿਵਾਹੋ ਲਖ। ਜਾਣੋ ਵੀ ਤੁਹਾਡੇ ਆਪਦੇ ਹੀ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦਾ ਵਿਆਹ ਹੋ ਰਿਹਾ ਹੈ। ਨਹਿ ਦੇਰ ਲਗਾਵੋ। ਤੇ ਅਸੀਂ ਬੜੇ ਦਿਨ ਤੁਹਾਨੂੰ ਇੱਥੇ ਰੱਖਣਾ ਤੇ ਖੁੱਲਾ ਸਮਾਂ ਕੱਢ ਕੇ ਆਉਣਾ ਹੈ। ਦੇਰੀ ਨਾ ਲਾਇਆ ਜੇ, ਆਉਣ ਲੱਗਿਆਂ ਕੁਝ ਦਿਨ ਪਹਿਲਾਂ ਪਹੁੰਚ ਜਾਣਾ ਸਾਰਿਆਂ। ਗੋਇੰਦਵਾਲ ਪਠਾਇਓ ਸਿੱਖ। ਤੋ ਸਾਧ ਸੰਗਤ ਜੀ ਐ ਚਿੱਠੀ ਲਿਖ ਕੇ ਪਾਤਸ਼ਾਹ ਨੇ ਆਪਦੇ ਨਾਨਕੇ ਗੁਰੂ ਅਮਰਦਾਸ ਮਹਾਰਾਜ ਦੇ ਘਰ ਗੋਇੰਦਵਾਲ ਸਾਹਿਬ ਮਾਮਾ ਮੋਹਨ ਜੀ, ਧੰਨ ਬਾਬਾ ਮੋਹਰੀ ਜੀ, ਆਪਦੇ ਨਾਨਕਿਆਂ ਨੂੰ ਪਾਤਸ਼ਾਹ ਨੇ ਗੰਢਾਂ ਭੇਜ ਦਿੱਤੀਆਂ ਹਨ। ਸਿੱਖ ਦੇ ਕਰ ਪਾਤੀ। ਤੇ ਨਾਲ ਚਿੱਠੀ, ਜਿਹਨੂੰ ਹੁਣ ਕਾਰਡ ਕਹਿ ਦਿੰਦੇ ਵਿਆਹ ਦਾ, ਇਹ ਵੀ ਭੇਜ ਦਿੱਤਾ ਹੈ। ਮਿਲਿਓ ਜਾਏ ਕਰ ਮੋਹਰੀ। ਸਿੱਖ ਜਾ ਕਰਕੇ ਬਾਬਾ ਮੋਹਰੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਲੱਗਦੇ ਆ, ਇਹਨਾਂ ਨੂੰ ਮਿਲੇ ਹਨ। ਸੁਨ ਸੀਤਲ ਛਾਤੀ। ਜਦੋਂ ਪਤਾ ਲੱਗਾ ਗੋਇੰਦਵਾਲ ਵਾਲੇ ਮਹਾਰਾਜ ਦੇ ਨਾਨਕਿਆਂ ਨੂੰ ਵੀ ਹਰਗੋਬਿੰਦ ਸਾਹਿਬ ਦਾ ਵਿਆਹ ਹੋ ਰਿਹਾ, ਬਹੁਤ ਖੁਸ਼ ਹੋਏ ਆ। ਪਰਿਵਾਰ ਦਾ ਸੀਨਾ ਠਰ ਗਿਆ ਹੈ। ਸਭ ਕੁਟੰਬ ਹਰਖਤ ਭਇਓ। ਤੇ ਸਾਰੇ ਦਾ ਸਾਰਾ ਪਰਿਵਾਰ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਾਮੇ, ਮਾਮੇ ਦੇ ਪੁੱਤ, ਤੋ ਇਸੇ ਤਰ੍ਹਾਂ ਮਾਮੀਆਂ ਜੋ ਮਹਾਰਾਜ ਦੇ ਲੱਗਦੀਆਂ, ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ ਹੈ। ਨਿਜ ਉਤਸਵ ਜਾਨਾ। ਤੇ ਜਾਣਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਨਹੀਂ, ਸਾਡੇ ਘਰ ਵਿੱਚ ਵਿਆਹ ਹੋ ਰਿਹਾ ਹੋਵੇ। ਤਥਾ ਜਾਏ ਦਾਤੂ ਨਿਕਟ। ਤੇ ਨਾਲ ਹੀ ਮਹਾਰਾਜ ਨੇ ਕੁਝ ਗੰਢਾਂ ਦਾਤੂ ਜੀ ਦੇ ਪਰਿਵਾਰ ਨੂੰ, ਜਿਵੇਂ ਸਾਧ ਸੰਗਤ ਜੀ ਜਿਹੜੇ ਖਡੂਰ ਸਾਹਿਬ ਰਹਿੰਦੇ ਆ, ਗੁਰੂ ਅੰਗਦ ਦੇਵ ਮਹਾਰਾਜ ਦਾ ਪਰਿਵਾਰ, ਇਹਨਾਂ ਨੂੰ ਭੇਜੀਆਂ ਹਨ। ਬਿਰਤਾਂਤ ਬਖਾਨਾ। ਜਦੋਂ ਸਿੱਖਾਂ ਜਾ ਕੇ ਗੰਢਾਂ ਦਿੱਤੀਆਂ, ਨਾਲ ਕਾਰਡ ਜਾਂ ਜਿਹੜੇ ਆ ਸੱਦਾ ਪੱਤਰ ਦਿੱਤੇ ਆ, ਸਾਰਾ ਹਰਗੋਬਿੰਦ ਸਾਹਿਬ ਦੇ ਵਿਆਹ ਬਾਬਤ ਆਖਿਆ ਹੈ। ਸੁਣਤ ਸੁਧਾ ਸਰ ਕੋ ਚਹਿਓ। ਤੇ ਇਹ ਜਿਹੜੇ ਖਡੂਰ ਸਾਹਿਬ ਵਾਲਾ ਪਰਿਵਾਰ ਗੁਰੂ ਅੰਗਦ ਦੇਵ ਮਹਾਰਾਜ ਦਾ, ਇਹਨਾਂ ਵੀ ਤਿਆਰੀ ਖਿੱਚੀ ਹੈ। ਜੀ ਕਰਦਾ ਵੀ ਜਿਵੇਂ ਸੱਦਾ ਆਇਆ ਤੇ ਹੁਣੇ ਹੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਈਏ। ਕਰ ਬੇ ਪ੍ਰਸਥਾਨਾ। ਤੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਤਿਆਰ ਸਰਬ
ਪਰਵਾਰ ਭਾ ਤੇ ਸਾਰਾ ਪਰਿਵਾਰ ਜਿਹੜਾ ਵੈ ਤਿਆਰ ਹੋ ਗਿਆ। ਬਾਬਾ ਦਾਤੂ ਜੀ, ਦਾਸੂ ਜੀ, ਗੁਰੂ ਅੰਗਦ ਦੇਵ ਮਹਾਰਾਜ ਦੀਆਂ ਨੂੰਹਾਂ ਲੱਗਦੀਆਂ, ਉਹ ਪੋਤਰੇ ਮਹਾਰਾਜ ਦੇ, ਸਾਰਾ ਪਰਿਵਾਰ ਤਿਆਰ ਹੋ ਬੈਠਾ ਹੈ। ਕਰ ਹਰਖ ਮਹਾਨਾ ਗੱਡੇ ਸ਼ਿੰਗਾਰ ਲਏ, ਸੋਹਣੇ ਬਸਤਰ ਆਪੋ ਆਪਣੀਆਂ ਗੰਢਾਂ ਬੰਨ੍ਹ ਲਈਆਂ ਤੇ ਬੜਾ ਹਰਖ ਕੀਤਾ ਖੁਸ਼ੀਆਂ ਚਾਅ ਦੇ ਨਾਲ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਪਰਿਵਾਰ ਵੀ ਪੰਜਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਤੇ ਆਨੰਦ ਕਾਰਜ ਤੇ ਜਾ ਰਿਹਾ ਹੈ। ਪੁਨ ਆਪਣੇ ਸਸੁਰਾਰ ਘਰ ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਧ ਸੰਗਤ ਜੀ ਪਹਿਲਾਂ ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰ ਗੰਢਾਂ ਭੇਜੀਆਂ। ਫਿਰ ਮਹਾਰਾਜ ਦੇ ਜਿਹੜੇ ਸਹੁਰੇ ਆ, ਜਿੱਥੇ ਆਪਾਂ ਇੱਧਰ ਜਾਈਏ ਬਾਬਾ ਬੁੱਢਾ ਸਾਹਿਬ ਨੂੰ ਤੇ ਮਾਓ ਪਿੰਡ ਆਉਂਦਾ ਸਾਧ ਸੰਗਤ ਜੀ। ਮਾਓ ਪਿੰਡ ਧੰਨ ਮਾਤਾ ਗੰਗਾ ਜੀ ਦੇ ਪੇਕੇ ਸਨ। ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਹੁਰਾ ਪਿੰਡ ਮਾਓ ਪਿੰਡ ਜਿਹੜਾ ਇੱਥੇ ਵੀ ਗੰਢਾਂ ਭੇਜ ਦਿੱਤੀਆਂ ਹਨ, ਸੱਦਾ ਦਿੱਤਾ ਹੈ। ਇੱਕ ਮਨੁਜ ਪਠਾਵਾ ਤੋ ਗੰਢਾਂ ਦੇ ਕੇ ਇੱਕ ਮਨੁੱਖ ਭੇਜ ਦਿੱਤਾ ਹੈ ਸਿੱਖ। ਮੌ ਸੋ ਗ੍ਰਾਮ ਕੋ ਨਾਮ ਤਿਹ ਮਾਓ ਪਿੰਡ ਦਾ ਨਾਮ ਕਵੀ ਜੀ ਕਹਿੰਦੇ ਸਾਰੇ ਜਾਣਦੇ ਮਾਝੇ ਦੇ ਅੰਦਰ ਹੈ। ਸੁਧ ਸਕਲ ਸੁਨਾਵਾ ਤੇ ਉਥੇ ਜਾ ਕੇ ਸਾਰੀ ਖਬਰਸਾਰ ਜਿਹੜੀ ਆ ਸੁਣਾ ਦਿੱਤੀ ਹੈ। ਸਿੱਖ ਨੇ ਸੱਦਾ ਲਾ ਦਿੱਤਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਨਕਿਆਂ ਤੇ। ਕ੍ਰਿਸ਼ਨ ਚੰਦ ਆਨੰਦ ਲਹੈ ਤੋ ਇਉਂ ਮਾਨੋ ਵੀ ਜਿਵੇਂ ਬੜਾ ਭਾਰੀ ਆਨੰਦ ਪ੍ਰਾਪਤ ਹੋ ਰਿਹਾ ਹੋਵੇ। ਇਉਂ ਐ ਵੀ ਜਿਵੇਂ ਸੱਚੇ ਪਾਤਸ਼ਾਹ ਪੰਚਮ ਗੁਰੂ ਜੀ ਦੇ ਸਹੁਰੇ ਦਾ ਨਾਮ ਕ੍ਰਿਸ਼ਨ ਚੰਦ ਹੈ। ਤੋ ਜਿਹੜੇ ਬਾਬਾ ਕ੍ਰਿਸ਼ਨ ਚੰਦ ਜੀ ਮਾਤਾ ਗੰਗਾ ਜੀ ਦੇ ਪਿਤਾ ਲੱਗਦੇ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਨਾ ਲੱਗਦੇ ਹਨ। ਧਨਵੰਤੀ ਦਾਰਾ ਤੇ ਧਨਵੰਤੀ ਹਰਗੋਬਿੰਦ ਸਾਹਿਬ ਮਹਾਰਾਜ ਦੀ ਨਾਨੀ ਦਾ ਨਾਮ ਹੈ। ਦੋਹਿਤ ਕੋ ਉਤ ਸਭ ਸੁਨਿਓ ਇਹ ਨਾਨੀ ਨਾਨੇ ਨੇ ਬੜਾ ਖੁਸ਼ਾ ਕੀਤਾ ਵੀ ਸਾਡੇ ਦੋਹਤਰੇ ਦਾ ਵਿਆਹ ਆ ਰਿਹਾ ਹੈ। ਕੀਨਸ ਵੱਡ ਤਿਆਰਾ ਅਸੀਂ ਵੀ ਪਹਿਲਾਂ ਜਾਵਾਂਗੇ, ਇਹਨਾਂ ਨੇ ਤਿਆਰਾ ਕਰ ਲਿਆ ਹੈ। ਬ੍ਰਿੰਦ ਮਸੰਦ ਹਕਾਰ ਗੁਰ ਪਾਤਸ਼ਾਹ ਨੇ ਬੜੇ ਮਸੰਦ ਵੀ ਜਿਹੜੇ ਆਪਦੇ ਪਾਸ ਹਕਾਰ ਲਏ ਆ, ਸੱਦੇ ਭੇਜ ਮੰਗਵਾ ਲਏ ਹਨ। ਆਇਸ ਫੁਰਮਾਈ ਆਗਿਆ ਦੇ ਦਿੱਤੀ ਵੀ ਛੇਤੀ ਤੋਂ ਛੇਤੀ ਜਿੰਨੇ ਮਸੰਦ, ਕਿਉਂਕਿ ਮਸੰਦਾਂ ਨੇ ਪ੍ਰਬੰਧ ਸਾਂਭਣਾ ਸੀ ਸਾਰਾ, ਉਹਨਾਂ ਨੂੰ ਸੱਦਾ ਭੇਜ ਹੁਕਮ ਕਰ ਬੁਲਾਇਆ ਹੈ। ਤਿਆਰ ਸਮਗਰੀ ਕਰਹੁ ਸੁਭ ਵੀ ਬੜੀ ਖੁੱਲੀ ਮਾਤਰਾ ਵਿੱਚ ਸਾਰੀ ਸਮੱਗਰੀ ਵਿਆਹ ਦੀ ਤਿਆਰ ਕੀਤੀ ਜਾਵੇ। ਜਹੀ ਜੋਲ ਸਮੁਦਾਈ ਜਿਹੜਾ ਜਿਹੜਾ ਕੁਝ ਚਾਹੀਦਾ ਨਾ, ਉਹ ਤਾਂ 2 ਮਹੀਨੇ ਪਹਿਲਾਂ ਹੀ ਤਿਆਰੀ ਹੋਣ ਲੱਗ ਗਈ ਸੀ। ਪਰ ਜੇ ਕੁਝ ਰਹਿ ਗਿਆ ਹੈ ਤਾਂ ਮਹਾਰਾਜ ਕਹਿੰਦੇ ਹੁਣੇ ਮੰਗਵਾ ਲਓ, ਵਿਆਹ ਵਿੱਚ ਅਜੇ ਕੁਝ 15 ਕੁ ਦਿਨ ਪਏ ਹਨ। ਚੰਦੋਏ ਬਹੁਮੂਲ ਤੇ ਕੇ ਚੰਗੇ ਬੇਸ਼ਕੀਮਤੀ ਉੱਪਰਲੀਆਂ ਚਾਨਣੀਆਂ ਚੰਦੋਏ ਵੀ ਸਵਾਏ ਜਾਣੇ ਚਾਹੀਦੇ ਆ। ਚਾਲਰ ਚਮਕੰਤੀ ਜਿਹੜਾ ਪੰਡਾਲ ਵਿੱਚ ਉੱਪਰ ਚਾਨਣੀਆਂ ਲੱਗਣ, ਜਿਹੜੀਆਂ ਜਿਹਦੇ ਨਾਲ ਐਨ ਝਾਲਰਾਂ ਝਮਕਦੀਆਂ ਸੋਹਣੀਆਂ ਫੱਬਦੀਆਂ ਹੋਵਣ। ਖੀਨ ਖਾਫ ਲੱਗਹਿ ਜਰੀ ਤੇ ਉਹਨਾਂ ਸਮੇਂ ਵਿੱਚ ਖੀਣ ਖਾਪ ਨਾਮ ਦਾ ਕੱਪੜਾ ਸਾਧ ਸੰਗਤ ਜੀ ਬਹੁਤ ਮਸ਼ਹੂਰ ਸੀਗਾ। ਤੋ ਪਾਤਸ਼ਾਹ ਕਹਿੰਦੇ ਖੀਣ ਖਾਪ ਦਾ ਜਿਹੜਾ ਬਹੁਤ ਬੇਸ਼ਕੀਮਤੀ ਕੱਪੜਾ ਹੈ, ਉਹਦੀਆਂ ਸੁੰਦਰ ਜਰੀਆਂ ਲਾਉਣੀਆਂ ਹਨ। ਸੁੰਦਰ ਦੁਤਵੰਤੀ ਜਿਨ੍ਹਾਂ ਦੀ ਸੋਭਾ ਬੇਅੰਤ ਸੁੰਦਰ ਹੁੰਦੀ ਹੈ। ਰੇਸ਼ਮ ਕੀ ਡੋਰਾਂ ਲੱਗੀ ਸੋਹਣੇ ਚਾਨਣੀਆਂ ਹੋਣ, ਚੰਦੋਏ ਹੋਣ, ਤੰਬੂ ਸ਼ਮਿਆਨੇ ਬਣਵਾਓ, ਰੇਸ਼ਮ ਦੀਆਂ ਡੋਰਾਂ ਜਿਨ੍ਹਾਂ ਨੂੰ ਬੱਧੀਆਂ ਹੋਵਣ। ਬਹੁ ਬਰਨ ਬਣਾਵਾਂ ਤੇ ਬੜੇ ਸੋਹਣੇ ਸੋਹਣੇ ਰੰਗਾਂ ਦੇ ਸ਼ਮਿਆਨੇ ਤੰਬੂ ਜਿਹੜੇ ਆ ਸੁੰਦਰ ਕਾਇਮ ਕੀਤੇ ਜਾਵਣ, ਸਵਾਏ ਜਾਣ ਨਵੇਂ ਦੇ ਨਵੇਂ। ਮਖਮਲ ਕੇ ਸਭ ਫਰਸ਼ ਕੋ ਤੇ ਜਿਹੜੀ ਫਰਸ਼ ਦੀਆਂ ਥੱਲੇ ਵਾਲੀਆਂ ਵਿਛਾਈਆਂ ਸਾਰੀਆਂ ਪਾਤਸ਼ਾਹ ਕਹਿੰਦੇ ਮਖਮਲ ਦੀਆਂ ਤਿਆਰ ਕਰਵਾ ਲਵੋ ਜੀ। ਗਣ ਦਰਬ ਲਗਾਵਾ ਖੁੱਲੀ ਮਾਇਆ ਖਰਚੀ ਜਾਵੇ, ਕਿਉਂਕਿ ਗੁਰੂ ਕੀ ਸੰਗਤ ਨੇ ਆਉਣਾ ਹੈ। ਕਰਾਓ ਕਨਾਤ ਬਨਾਤ ਕੀ ਤੇ ਚੰਗੀਆਂ ਬਨਾਤ ਕੱਪੜੇ ਦੀਆਂ ਕਨਾਤਾਂ ਵੀ ਤਿਆਰ ਕਰਵਾਈਆਂ ਜਾਵਣ। ਤੰਬੂ ਜੋ ਵਿਸ਼ਾਲਾ ਤੇ ਵੱਡੇ ਵੱਡੇ ਤੰਬੂ ਜਿਹੜੇ ਲੱਗ ਜਾਣ ਵੀ ਸੰਗਤ ਨੂੰ ਰਹਿਣ ਦੀ ਦਿੱਕਤ ਨਾ ਆਵੇ। ਠੰਡ ਹੈ, ਕੋਈ ਵੀ ਸਿੱਖ ਬਾਹਰ ਨਾ ਸੋਵੇ, ਸਿੱਖਾਂ ਵਾਸਤੇ ਬੇਸ਼ਕੀਮਤੀ ਸੋਹਣੇ ਤੰਬੂਆਂ ਦੇ ਤਿਆਰੇ ਕੀਤੇ ਜਾਣ। ਚਾਂਦੀ ਕੀ ਚੋਬੈਂ ਰੁਚਿਰ ਤੇ ਚਾਂਦੀ ਦੀਆਂ ਚੋਭਾਂ ਹੋਣ, ਜਿਹਦੇ ਵਿੱਚ ਤੰਬੂ ਦੇ ਵਿਚਕਾਰ ਲਾ ਕੇ ਖੜਾ ਕਰਦੇ ਨਾ ਤੰਬੂ,
ਤੰਬੂ ਦੀਆਂ ਚੋਬਾਂ ਚਾਂਦੀ ਦੀਆਂ ਲਵਾਉਣੀਆਂ ਸੁੰਦਰ ਬਣਵਾਉਣੀਆਂ ਨੇ। ਕੀਜੈ ਦਰਹਾਲਾ ਤੇ ਦੇਰੀ ਨਾ ਕਰੋ ਮਸੰਦੋ, ਛੇਤੀ ਤੋਂ ਛੇਤੀ ਸਭ ਸਮਾਨ ਤਿਆਰ ਕਰਵਾ ਲਵੋ। ਸਯੰਦਨ ਸਕਟਨ ਤਿਆਰ ਹਾਂ, ਕੋਈ ਰਥ ਤਿਆਰ ਕਰਵਾਓ, ਕੋਈ ਗੱਡੇ ਛੇਤੀ ਤਿਆਰ ਕਰਵਾ ਲਵੋ। ਹੋਏ ਜੋ ਚਹੀਏ ਕਰਾਵੋ ਜੋ ਚਾਹੀਏ ਕਰਾਵੋ, ਜੋ ਚਾਹੀਦਾ ਹੈ, ਗੱਡੇ ਸਿੰਦਨ ਬਰਾਤ ਚੜ੍ਹਨ ਵਾਸਤੇ ਕੋਈ ਪੈਦਲ ਨਹੀਂ ਸਿੱਖ ਜਾਵੇਗਾ, ਸਿੱਖਾਂ ਵਾਸਤੇ ਗੱਡੇ ਰਥਾਂ ਜਿੰਨੇ ਵੀ ਬਣਵਾਉਣੇ ਆ ਬਣਵਾ ਲਓ। ਸਾਰੇ ਸਿੱਖ ਜਿੰਨੇ ਆ ਸਾਰੇ ਨਾ ਨਹੀਂ ਕਰਨੀ ਕਿਸੇ ਨੂੰ। ਹਰਗੋਬਿੰਦ ਸਾਹਿਬ ਦੀ ਬਰਾਤ ਸਾਰੇ ਸਿੱਖ ਜਾਣੇ, ਕਿਉਂਕਿ ਸਾਰੇ ਸਿੱਖ ਹੀ ਸਾਡੇ ਖਾਸ ਰਿਸ਼ਤੇਦਾਰ ਭੈਣ ਭਾਈ ਹਨ। ਆਤਿਸ਼ਬਾਜ਼ੀ ਹੋਏ ਬਹਾ ਜਿਹੜੀ ਕੋ ਆਤਿਸ਼ਬਾਜ਼ੀਆਂ ਬਹੁਤ ਹੋਣ ਵਾਲੀਆਂ ਹਨ, ਤਿੰਨ ਦਰਬ ਦਿਵਾਵੋ ਉਹ ਕਰਨ ਵਾਲਿਆਂ ਨੂੰ ਵੀ ਖੁੱਲੀ ਮਾਇਆ ਦੇ ਦਵਾ ਦਿੱਤੀ ਜਾਵੇ। ਜੀਨ ਤੁਰੰਗਨ ਕੇ ਨਵੇਂ ਤੇ ਘੋੜਿਆਂ ਦੀਆਂ ਨਵੀਆਂ ਕਾਠੀਆਂ ਬਣਵਾਈਆਂ ਜਾਣ। ਲੀਜਹਿ ਵੱਡ ਮੋਲੇ ਬੜੇ ਬੇਸ਼ਕੀਮਤੀ ਕੱਪੜੇ ਦੀਆਂ ਘੋੜਿਆਂ ਦੀਆਂ ਕਾਠੀਆਂ ਜੜੀਆਂ ਤਿਆਰ ਕਰਵਾ ਲਓ ਨਵੀਆਂ ਹੀ। ਅਲੰਕਾਰ ਕਰਵਾਏ ਕਰ ਹੋਰ ਜਿਹੜੇ ਘੋੜਿਆਂ ਦੇ ਜਾਂ ਹੋਰ ਰਥਾਂ ਨੂੰ ਪਹਿਨਣ ਵਾਲੇ ਗਹਿਣੇ ਆਦਿਕ ਹੈ ਉਹ ਵੀ ਕਢਵਾ ਲਓ ਸੋਨੇ ਦੇ। ਸਾਜਹ ਸਭ ਟੋਲੇ ਤੇ ਵੱਡਾ ਟੋਲਾ ਜਿਹੜਾ ਬਰਾਤ ਦਾ ਜਿਹੜਾ ਨਾ ਉਹ ਰਥਾਂ ਦਾ ਸਾਰਾ ਤਿਆਰ ਕਰਕੇ, ਘੋੜੇ ਨਵੇਂ ਤੋਂ ਨਵੇਂ, ਸੋਹਣੀਆਂ ਕਾਠੀਆਂ, ਚੰਗੇ ਰਥ ਤੇ ਜਿਸ ਤਰ੍ਹਾਂ ਚੰਗੇ ਬੇਸ਼ਕੀਮਤੀ ਗੱਡੇ, ਸੋਹਣੇ ਤੰਬੂ ਸ਼ਮਿਆਨੇ, ਚੋਬਾਂ ਚਾਂਦੀ ਦੀਆਂ ਤੋਂ ਰੇਸ਼ਮ ਦੀਆਂ ਡੋਰਾਂ ਵਾਲੇ ਚੰਦੋਏ। ਪਾਤਸ਼ਾਹ ਕਹਿੰਦੇ ਛੇਤੀ ਤੋਂ ਛੇਤੀ ਜਿਹੜੇ ਤਿਆਰ ਕਰਵਾ ਲਓ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਇਸ ਤਰ੍ਹਾਂ ਸਾਧ ਸੰਗਤ ਜੀ ਹੁਕਮ ਦੇ ਦਿੱਤਾ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦੇ ਆਨੰਦ ਕਾਰਜ ਦਾ ਜਿਵੇਂ ਸਾਧ ਸੰਗਤ ਜੀ ਕਵੀ ਜੀਆਂ ਪੂਰਾ ਚਿੱਤਰ ਖਿੱਚਿਆ, ਤੋ ਸੁਣ ਕੇ ਇਉਂ ਲੱਗੇਗਾ ਵੀ ਅਸੀਂ ਸੱਚਮੁੱਚ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਨੰਦ ਕਾਰਜ ਵਿਆਹ 'ਤੇ ਫਿਰਦੇ ਹੋਈਏ। ਜਿਵੇਂ ਸ਼ਾਨੋ ਸ਼ਾਕਤ ਰਾਜਿਆਂ ਮਹਾਰਾਜਿਆਂ ਵਾਲੀ ਸ਼ਾਨ ਦੇ ਨਾਲ ਹਰਗੋਬਿੰਦ ਸਾਹਿਬ ਦੇ ਆਨੰਦ ਕਾਰਜ ਹੋਏ, ਵੇਖ ਕੇ ਸਾਧ ਸੰਗਤ ਜੀ ਵੱਡੇ ਰਾਜੇ ਮਹਾਰਾਜੇ ਦੰਗ ਰਹਿ ਗਏ। ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਰਾਤ ਗਈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਡੱਲੇ ਦੀ ਸੰਗਤ ਜਿਹੜੇ ਕੋਈ ਨਹੀਂ ਮਾੜਾ ਮੋਟਾ ਗੁਰੂ ਘਰ ਕਦੇ ਆਏ, ਉਹ ਪੁੱਛਦੇ ਆ ਵੀ ਇਹ ਮਹਾਰਾਜਾ ਕੌਣ ਆਇਆ ਭਾਈ। ਉਹਨਾਂ ਨੂੰ ਇਉਂ ਪ੍ਰਤੀਤ ਹੋਵੇ ਵੀ ਇਹ ਪੁੱਛਦੇ ਇੱਕ ਦੂਜੇ ਨੂੰ ਵੀ ਇਹ ਕੌਣ ਹੈ ਜਿਹੜਾ ਨਰੈਣ ਦਾਸ ਦਾ ਜਵਾਈ ਬਣ ਰਿਹਾ, ਕਿਸੇ ਦੇਸ਼ ਦਾ ਬਾਦਸ਼ਾਹ। ਫਿਰ ਕਿਸੇ ਦੱਸਿਆ ਨਹੀਂ ਭਾਈ ਇਹ ਤਾਂ ਧੰਨ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਹੈ। ਤੋ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੇਖ ਸਭ ਸੰਗਤਾਂ ਨੂੰ ਭੁਲੇਖੇ ਪੈਣ ਵੀ ਕੋਈ ਕਿਸੇ ਦੇਸ਼ ਦਾ ਬਾਦਸ਼ਾਹ ਵਿਆਹ ਕੇ ਚੱਲਿਆ ਨਰੈਣ ਦਾਸ ਦੀ ਪੁੱਤਰੀ ਜਿਹੜੀ ਦਮੋਦਰੀ ਨੂੰ। ਤੋ ਅੱਗੇ ਜਿਵੇਂ ਸਾਧ ਸੰਗਤ ਦੀ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦਾ ਤੇਜ ਪ੍ਰਤਾਪ ਵੱਧ ਰਹੇ ਆ। ਤੋ ਇਹ ਜਿਵੇਂ ਅੱਗੇ ਪ੍ਰਸੰਗ ਆਉਣੇ ਸੁਣੀਏ ਜੀ। ਮਹਾਰਾਜ ਦੇ ਵਿਆਹ ਦਾ ਪ੍ਰਸੰਗ ਕੁਝ ਦਿਨ ਚੱਲੇਗਾ। ਮਨ ਵਿੱਚ ਉਤਸ਼ਾਹ ਵਧਾ ਕਰਕੇ ਸਰਵਣ ਕਰਕੇ ਆਨੰਦ ਮਾਣੋ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸਯੰਦਨ ਸਕਟਨ ਤਿਆਰ ਹੋਏ, ਜੋ ਚਹੀਏ ਕਰਾਵੋ। ਆਤਿਸ਼ਬਾਜ਼ੀ ਹੋਏ ਬਹਾ, ਤਿਨ ਦਰਬ ਦਿਵਾਵੋ। ਜੀਨ ਤੁਰੰਗਨ ਕੇ ਨਵੇਂ, ਲੀਜਹਿ ਵੱਡ ਮੋਲੇ। ਅਲੰਕਾਰ ਕਰਵਾਏ ਕਰ, ਸਾਜਹ ਸਭ ਟੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।